स्वागत। कुछ आर दियां कुछ पार दियां कुछ दिल विच वसदे दिलदार दियां आ गल्लां करिए वे सजना कुछ तेरे मेरे प्यार दियां प्यार दे विच वसदे रसदे मुहब्बतां वाले सज्जणा दे लई पंजाब वन टीवी दे उपर लैके हाज़र हां जी प्रोग्राम खरियां खोटियां। मैं हां जी तुहाडा अपना चरणजीत जोगी ਤੇ ਮੈਂ ਹਾਂ ਨੀਤੂ। ਔਰ ਕਹਿੰਦੇ ਨੇ ਕਿ ਆਰ ਪਾਰ ਦੀਆਂ ਗੱਲਾਂ ਉਦੋਂ ਹੀ ਸੋਹਣੀਆਂ ਲੱਗਦੀਆਂ ਨੇ ਜਦੋਂ ਕੋਈ ਆਪਣਾ ਖਾਸ ਬੰਦਾ ਤੁਹਾਡੇ ਨਾਲ ਬੈਠਾ ਹੋਵੇ, ਤੁਹਾਡੇ ਸਾਹਮਣੇ ਬੈਠਾ ਹੋਵੇ। ਤੇ ਸਾਡੇ ਵਾਸਤੇ ਸਾਡੇ ਜਿਹੜੇ ਦਰਸ਼ਕ ਨੇ ਉਹ ਸਾਡੇ ਵਾਸਤੇ ਬਹੁਤ ਹੀ ਖਾਸ ਨੇ, ਕਿਉਂਕਿ ਹਮੇਸ਼ਾ ਸਾਡੇ ਇਸ ਪ੍ਰੋਗਰਾਮ ਦੀ ਰਹਿਨੁਮਾਈ ਕਰਦੇ ਨੇ ਤੇ ਨਾਲ ਦੇ ਨਾਲ ਜੁੜਦੇ ਨੇ ਸਾਡੇ ਇਸ ਪ੍ਰੋਗਰਾਮ ਖਰੀਆਂ ਖੋਟੀਆਂ ਦੇ ਨਾਲ। ਤੇ ਬਿਲਕੁਲ ਜੀ, ਤੇ ਖਰੀਆਂ ਖੋਟੀਆਂ ਦੇ ਵਿੱਚ ਅੱਜ ਸਾਡੇ ਨਾਲ ਨੀਤੂ ਜੁੜੀ ਹੋਈ ਹੈ। ਹਾਏ ਹਾਏ, ਕੀ ਬਾਤ ਹੈ ਹੋਰ ਰੇਦੋ ਕਿਵੇਂ? ਠੀਕ ਮੈਂ ਠਾਕ? ਬਹੁਤ ਵਧੀਆ। ਦੇਖ ਲਓ, ਨਵਾਂ ਸੂਟ, ਨਵੇਂ ਤੁਹਾਡੇ ਬੂਟ। ਹਾਏ ਦੇਖੋ ਗੱਲ ਇਦਾਂ ਹੈ, ਬੰਦੇ ਨੂੰ ਸੂਟਡ ਬੁੱਟਡ ਹੋਣਾ ਚਾਹੀਦਾ ਆਪਣੇ ਸਮਾਜ ਦੇ ਵਿੱਚ ਰਹਿਣਾ, ਚੰਗੀ ਤਿਆਰੀ ਦੇ ਨਾਲ, ਚੰਗੇ ਸੋਹਣੇ ਤਰੀਕੇ ਦੇ ਨਾਲ, ਸਲੀਕੇ ਦੇ ਨਾਲ ਉਹਨੂੰ ਜਿਉਣ ਦਾ ਢੰਗ ਤਰੀਕਾ ਸਲੀਕਾ ਸਾਰਾ ਸਿੱਖਣਾ ਚਾਹੀਦਾ। ਬਿਲਕੁਲ ਕਹਿੰਦੇ ਨੇ ਕਿ ਹਮੇਸ਼ਾ ਸਮੇਂ ਦੇ ਹਾਣੀ ਬਣ ਕੇ ਚੱਲੋ ਔਰ ਸਮੇਂ ਦੇ ਨਾਲ ਚੱਲੋ। ਜਿਹੋ ਜਿਹਾ ਮਾਹੌਲ ਹੁੰਦਾ ਉਹ ਜੇ ਬਣ ਜਾਓ, ਤੇ ਜਿਹੜਾ ਬੰਦਾ ਸਮੇਂ ਦੇ ਨਾਲ ਚੱਲਦਾ ਹੈ ਉਹਦੇ ਵਰਗਾ ਬਣ ਜਾਂਦਾ ਹੈ, ਤੇ ਮੈਨੂੰ ਲੱਗਦਾ ਕਿ ਉਹ ਸਭ ਤੋਂ ਵਧੀਆ ਇਨਸਾਨ ਹੁੰਦਾ ਹੈ। ਕਿਉਂ? ਬਿਲਕੁਲ ਹੁੰਦਾ ਜੀ। ਔਰ ਕਿਉਂਕਿ ਇਹ ਆ ਕਿ ਸਮੇਂ ਦੇ ਨਾਲ ਚੱਲਣ ਵਾਲਾ ਕਦੇ ਵੀ ਤਰੱਕੀ ਦੇ ਪੱਖੋਂ ਪਛੜਦਾ ਨਹੀਂ, ਬਿਲਕੁਲ ਜ਼ਿੰਦਗੀ ਦੇ ਵਿੱਚ ਅੱਗੇ ਵਧਦਾ ਹੈ। ਔਰ ਅੱਜ ਕੱਲ੍ਹ ਦੇ ਜਿਹੜੇ ਨਵੇਂ ਜਵਾਕ ਨੇ, ਜਵਾਕੜੀਆਂ ਨੇ, ਉਹ ਬਹੁਤ ਜ਼ਿਆਦਾ ਅੱਗੇ ਤੇਜ਼ੀ ਦੇ ਨਾਲ ਦੌੜ ਰਹੇ ਨੇ। ਹੋ ਸਕਦਾ ਸ਼ਾਇਦ ਉਸ ਸਮੇਂ ਤੋਂ ਵੀ ਅੱਗੇ ਲੰਘ ਜਾਣ। ਹਾਂ, ਹੋ ਸਕਦਾ। ਇੰਨੀ ਤੇਜ਼ੀ ਆ ਉਹਨਾਂ ਦੇ ਵਿੱਚ ਨਾ। ਕਾਰਨ ਇਹ ਹੈ ਕਿ ਅੱਜ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ, ਜਾਂ ਜਿਹੜੀ ਨਵੀਂ ਅਜੋਕੀ ਪੀੜ੍ਹੀ ਹੈ, ਉਹ ਇਸ ਦੌੜ ਦੇ ਵਿੱਚ ਪਈ ਹੋਈ ਹੈ ਕਿ ਸੋਹਣਾ ਬਣਨ ਦੀ ਕੋਸ਼ਿਸ਼ ਦੇ ਵਿੱਚ ਸਿਰਫ ਸੋਹਣਾ ਬਣਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਸੋਹਣਾ ਦਿਖਣਾ ਚਾਹੁੰਦੇ ਨੇ। ਉਹਦੇ ਵਾਸਤੇ ਉਹ ਆਪਣਾ ਸਾਰਿਆਂ ਦਾ ਧਿਆਨ ਖਿੱਚਣਾ ਚਾਹੁੰਦੇ ਨੇ। ਪੁਰਾਣੇ ਸਮੇਂ ਦੀ ਆਪਾਂ ਜੇਕਰ ਗੱਲ ਛੇੜੀਏ, ਪੁਰਾਣੇ ਸਮੇਂ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਸੀ, ਇੱਕੋ ਹੀ ਵਿਚਾਰਿਆਂ ਦੇ ਕੋਲ ਕੁੜਤਾ ਪਜਾਮਾ ਹੁੰਦਾ ਸੀ। ਸਾਰੇ ਵਿਆਹਾਂ 'ਚ ਪਾ ਲੈਂਦੇ ਸੀ, ਸਾਰੇ ਵਿਆਹਾਂ ਦੇ ਵਿੱਚ ਪਾ ਲੈਣਾ। ਤੇ ਜਦੋਂ ਫਿਰ ਕਿਤੇ ਉਹ ਕੁੜਤਾ ਪਜਾਮਾ ਜਿਹੜਾ ਆ ਉਹ ਹੁਣ ਬਜ਼ੁਰਗ ਹੋ ਜਾਣਾ, ਉਸ ਤੋਂ ਬਾਅਦ ਉਹਦੇ ਮੁੰਡੇ ਨੇ ਪਾ ਲੈਣਾ। ਪੀੜ੍ਹੀ ਦਰ ਪੀੜ੍ਹੀ ਚੱਲਦਾ ਹੁੰਦਾ ਸੀ। ਔਰ ਕਹਿੰਦੇ ਸਾਡੇ ਵਿਰਾਸਤੀ ਕੁੜਤਾ ਪਜਾਮਾ। ਸਹੀ ਗੱਲ ਹੈ, ਏਦਾਂ ਹੀ ਹੁੰਦਾ ਸੀ। ਪਰ ਉਦੋਂ ਵੀ ਉਹਨਾਂ ਦਿਨਾਂ ਦੇ ਵਿੱਚ ਵੀ ਖੁਸ਼ੀਆਂ ਤਾਂ ਉਹੀ ਸੀ, ਵਿਆਹ ਦਾ ਚਾਅ ਉਨਾ ਹੀ ਹੁੰਦਾ ਸੀਗਾ। ਦੇਖੋ, ਮੈਨੂੰ ਇਹ ਯਾਦ ਆ ਕਿ ਸਾਡੇ ਜੇਕਰ ਬਾਪੂ ਦੀ ਪੈਂਟ ਪਾੜ ਜਾਂਦੀ ਹੁੰਦੀ ਸੀ ਤਾਂ ਮੇਰਾ ਕਿਤਾਬਾਂ ਵਾਲਾ ਬਸਤਾ ਬਣ ਜਾਂਦਾ ਹੁੰਦਾ ਸੀਗਾ। ਜੇਕਰ ਮੇਰੀ ਪੈਂਟ ਪੜ ਜਾਂਦੀ ਹੁੰਦੀ ਸੀ ਤਾਂ ਕੋਈ ਗੱਲ ਨਹੀਂ, ਪਿੱਛੇ ਟਾਕੀਆਂ ਲੱਗ ਜਾਂਦੀਆਂ ਹੁੰਦੀਆਂ ਸੀ। ਨਹੀਂ, ਉਹਦੀ ਨਿੱਕਰ ਵੀ ਬਣ ਜਾਂਦੀ ਹੁੰਦੀ ਸੀ। ਨਿੱਕਰ ਵੀ ਬਣ ਜਾਂਦੀ ਹੁੰਦੀ ਸੀ। ਕਾਰਨ ਇਹ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਵੀ ਅਸੀਂ ਗੁਜ਼ਰੇ ਆ, ਉਸ ਸਮੇਂ ਵੀ ਦੇਖੇ ਆ। ਕਾਰਨ ਇਹ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਦੇਖੋ ਕੱਪੜੇ ਬਹੁਤੇ ਕੋਈ ਹੁੰਦੇ ਨਹੀਂ ਸੀਗੇ। ਕੋਈ ਫਾਂਟਾਂ ਵਾਲਾ ਪਜਾਮਾ ਆ ਗਿਆ, ਠੀਕ ਹੈ, ਉਹ ਪਜਾਮਾ ਬਣ ਗਿਆ। ਜਦੋਂ ਗੋਡਿਆਂ ਤੋਂ ਪਾੜ ਗਿਆ ਫਿਰ ਕੱਟ ਕੇ ਨਿੱਕਰ ਬਣਾਤੀ। ਬਿਲਕੁਲ ਉਸੇ ਹੀ ਚੀਜ਼ ਦੇ ਵਿੱਚ ਖੁਸ਼ੀ ਤਾਂ ਸਾਰਿਆਂ ਨੂੰ ਮਿਲਦੀ ਸੀ। ਹਾਂ, ਤੇ ਬਾਅਦ ਚੋਂ ਕਈ ਵਾਰੀ ਉਹ ਪੋਚੇ ਲਾਉਣ ਦੇ ਕੰਮ ਵੀ ਆ ਜਾਂਦਾ ਹੁੰਦਾ ਸੀ। ਅੱਧੇ ਗੋਡਿਆਂ ਤੋਂ ਥੱਲੇ ਕੱਟ ਕੇ ਪੌਣੇ ਬਣਾਉਣ ਦੇ ਕੰਮ ਵੀ ਆ ਜਾਂਦਾ। ਦੇਖੋ, ਗੱਲ ਇਹ ਹੈ ਨਾ ਕਿ ਅਸੀਂ ਆਸਾਨ ਤੇ ਸਰਲ ਤਰੀਕੇ ਦੇ ਨਾਲ ਇੱਕੋ ਹੀ ਚੀਜ਼ ਨੂੰ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਵਰਤਿਆ ਹੈ। ਹੁਣ ਦੇਖੋ, ਇੱਕ ਟੂਥਬ੍ਰਸ਼ ਆ, ਟੂਥਬ੍ਰਸ਼ ਜਦੋਂ ਨਵਾਂ ਖੋਲੀਦਾ ਕਿੰਨਾ ਸਵਾਦ ਹੁੰਦਾ, ਬ੍ਰਸ਼ ਕਰੀਦਾ, ਚੰਗਾ ਕਿੰਨਾ ਲੱਗਦਾ, ਕਿੰਨਾ ਚੰਗਾ ਲੱਗਦਾ। ਪਰ ਉਦੋਂ ਤੱਕ ਸਾਨੂੰ ਯਕੀਨ ਨਹੀਂ ਹੁੰਦਾ ਕਿ ਸਾਡੇ ਦੰਦ ਸਾਫ਼ ਹੋ ਗਏ ਆ, ਜਦੋਂ ਉਂਗਲ ਫੇਰ ਕੇ ਚੀਕੂ ਚੀਕੂ ਨਹੀਂ ਕਰ ਲੈਂਦੇ। ਸਹੀ ਗੱਲ ਹੈ। ਅੱਛਾ, ਬਾਅਦ ਚ ਜਦੋਂ ਉਹ ਬ੍ਰਸ਼ ਜਦੋਂ 5-6 ਮਹੀਨੇ ਪੁਰਾਣਾ ਹੋ ਜਾਂਦਾ ਨਾ, ਫਿਰ ਉਹ ਨਾਲੇ ਪਾਣ ਦੇ ਕੰਮ ਆਣਾ ਸ਼ੁਰੂ ਹੋ ਜਾਂਦਾ। ਨਹੀਂ, ਹੱਲੇ ਨਹੀਂ, ਪਹਿਲਾਂ ਉਹਦੇ ਨਾਲ ਬਸਮਾ ਵੀ ਲੱਗਦਾ ਕਈਆਂ ਦੇ। ਸਹੀ ਗੱਲ ਹੈ। ਤੇ ਜਦੋਂ ਬਸਮਾ ਲੱਗਣ ਤੋਂ ਬਾਅਦ ਫਿਰ ਜੇਕਰ ਗੱਲ ਕਰੀਏ ਤਾਂ ਫਿਰ ਕਈ ਵਾਰ ਸ਼ੂ ਧੋਣ ਦੇ ਕੰਮ ਵੀ ਆ ਜਾਂਦਾ। ਫਿਰ ਜਦੋਂ ਉਹਦੇ ਵਿਚਾਰੇ ਦੇ ਨਾ ਜਿੱਦਾਂ ਹੌਲੀ ਹੌਲੀ ਬੰਦੇ ਗੰਜੇ ਹੋ ਜਾਂਦੇ ਆ, ਜਦੋਂ ਉਹ ਵੀ ਵਿਚਾਰਾ ਗੰਜਾ ਹੋ ਜਾਂਦਾ, ਫਿਰ ਕਹਿੰਦੇ ਚਲੋ ਇਹਨੂੰ ਨਾਲਾ ਪੂਣੀ ਬਣਾ ਲਓ। ਨਾਲਾ ਪੂਣੀ ਨਹੀਂ, ਗੰਜੇ ਛੱਡੋ, ਪਹਿਲਾਂ ਉਸ ਤੋਂ ਪਹਿਲਾਂ ਇੱਕ ਹੋਰ ਕੰਮ ਆਂਦਾ ਹੈ। ਜਿਹੜੇ ਸਾਡੇ ਬਜ਼ੁਰਗ ਹੁੰਦੇ ਨਾ, ਉਹਨਾਂ ਦੇ ਜਿਹੜੇ ਵਾਲ ਚਿੱਟੇ ਹੋ ਜਾਂਦੇ ਆ, ਉਹ ਮਹਿੰਦੀ ਲਾਣ ਦੇ, ਵਾਲਾਂ ਨੂੰ ਬਸਮਾ ਲਗਾਉਂਦੇ ਆ। ਬਿਲਕੁਲ ਬਿਲਕੁਲ। ਉਹ ਕਰਕੇ ਬਾਅਦ ਵਿੱਚ ਜਦੋਂ ਨਾਲਾ ਪਾਣ ਦੇ ਕੰਮ ਆਉਂਦਾ, ਫਿਰ ਉਹ ਨਾਲੇ ਜਦੋਂ ਦੀ ਬਿਲਕੁਲ ਬੱਸ ਹੋ ਜਾਂਦੀ ਨਾ, ਜਦੋਂ ਕਿਸੇ ਪਾਸੇ ਉਹ ਨਹੀਂ ਰਹਿੰਦਾ, ਫਿਰ ਉਹ ਨਾਲਾ ਇੰਨੀ ਦੇਰ ਨਾਲੇ ਪਾਉਣੀ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਨਾ, ਸਦੀਆਂ ਲੰਘ ਜਾਂਦੀਆਂ ਨੇ, ਹਨਾ। ਮੈਂ ਕਿਹਾ ਦੇਖੋ ਜੀ, ਦੇਰ ਨਿਕਲ ਜਾਂਦੀ ਹੈ। ਜਿਹੜੀਆਂ ਕੰਪਨੀਆਂ ਨੇ ਨਾ, ਕੰਪਨੀਆਂ ਨੇ ਵੀ ਨਹੀਂ ਸੋਚਿਆ ਹੋਣਾ ਕਿ ਸਾਡਾ ਇੱਕ ਪ੍ਰੋਡਕਟ ਜਿਹੜਾ ਇੰਨੇ ਵੱਡੇ ਪੱਧਰ ਤੇ ਇਸਤੇਮਾਲ ਹੋਊਗਾ ਕਿ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹੂਗਾ। ਇਹ ਸਾਡੇ ਜਿਹੜੇ ਬਜ਼ੁਰਗਾਂ ਦੀ ਇੱਕ ਵਰਤਣ ਦੀ ਇੱਕ ਅੱਖ, ਇੱਕ ਉਹਨਾਂ ਦਾ ਸਲੀਕਾ, ਇੱਕ ਇਹ ਤਰੀਕਾ ਸੀ ਜ਼ਿੰਦਗੀ ਨੂੰ ਜਿਉਣ ਦਾ, ਮਾਨਣ ਦਾ। ਚੀਜ਼ਾਂ ਦੇ ਵਿੱਚੋਂ ਆਪਾਂ ਆਮ ਤੌਰ ਤੇ ਇਕਨੋਮਿਕਸ ਦੇ ਵਿੱਚ ਪੜ੍ਹਦੇ ਨਾ ਕਿ ਸੰਤੁਸ਼ਟੀ, ਇੱਕ ਤੁਸ਼ਟੀ ਗੁਣ ਹੁੰਦਾ ਕਿ ਅਸੀਂ ਮੈਕਸਿਮਮ ਸੈਟੀਸਫੈਕਸ਼ਨ ਕਿੱਦਾਂ ਲੈ ਸਕਦੇ ਹਾਂ। ਬਿਲਕੁਲ। ਅਸੀਂ ਲੋਕ
ਜਿਹੜੇ ਆ ਇੱਕ ਪੈਸੇ ਦੇ ਵਿੱਚੋਂ ਮੈਕਸਿਮਮ ਸੈਟੀਸਫੈਕਸ਼ਨ ਲੈਣ ਦੇ ਵਿੱਚ ਨੰਬਰ 1 ਆ। ਹੁਣ ਦੇਖੋ ਮਸ਼ਹੂਰੀਆਂ ਆਪਾਂ ਦੇਖਦੇ ਆ ਕਿ ਕੰਧਾਂ ਦੇ ਉੱਪਰ ਤੁਹਾਡਾ ਰੰਗ ਚੱਲੇ ਸਾਲੋ ਸਾਲ, ਆਉਂਦੀ ਨਾ ਮਸ਼ਹੂਰੀ, ਉਹ ਦੇਖੋ ਰੰਗ ਕੰਧਾਂ ਦੇ ਉੱਪਰ ਸਾਲੋ ਸਾਲ ਚੱਲੇ ਜਾਂ ਨਾ ਚੱਲੇ, ਪਰ ਇੰਨੀ ਗੱਲ ਜ਼ਰੂਰ ਚੱਲਦੀ ਹੈ, ਉਹ ਬਾਲਟੀ ਜ਼ਰੂਰ ਚੱਲਦੀ ਹੈ। ਸਹੀ ਗੱਲ ਹੈ। ਔਰ ਦੇਖੋ ਪਹਿਲਾਂ ਕਿੰਨਾ ਵਧੀਆ ਹੁੰਦਾ ਸੀ ਨਾ ਕਿ ਜੇ ਇੱਕ ਅਸੀਂ ਜਿਹੜੇ ਅਮੀਰ ਲੋਕ ਹੁੰਦੇ ਸੀ ਨਾ, ਅਮੀਰ ਘਰਾਣੇ ਹੁੰਦੇ ਸੀ, ਉਹਨਾਂ ਵਿੱਚ ਜਿਹਦੇ ਲਾਈਕ ਮੀ, ਮਤਲਬ ਲਾਈਕ ਮੀ, ਮੇਰੇ ਵਰਗੇ ਸਾਡੇ ਘਰਾਂ ਦੇ ਹੁੰਦੇ ਸੀ, ਜੰਮੇ ਹੀ ਅਮੀਰ ਘਰਾਂ ਦੇ ਵਿੱਚ, ਬਿਲਕੁਲ ਸੋਨੇ ਦਾ ਚਮਚਾ ਸੀ ਤੇਰੇ ਮੂੰਹ 'ਚ। ਤੇ ਉਹ ਕੀ ਕਰਦੇ ਹੁੰਦੇ ਸੀ, ਜਿੱਦਾਂ ਇਹ ਮੇਰੀ ਬਹੂ, ਇਹ ਮੇਰੀ ਸਾਸ ਨੇ ਮੁਝੇ ਦਿਏ ਤੇ ਸੋਨੇ ਕੇ ਕੰਗਨ, ਅੱਗੇ ਉਹ ਆਪਣੀ ਨੂੰਹ ਨੂੰ ਦੇ ਦਿੰਦੀ ਹੈ, ਫਿਰ ਉਹ ਅਗਲੇ ਆਪਣੇ ਨੂੰਹ ਨੂੰ ਦੇ ਦਿੰਦੀ ਨਾ, ਇਹ ਹਮਾਰੀ ਮਤਲਬ ਪੀੜੀ ਦਰ ਪੀੜੀ ਨਿਸ਼ਾਨੀ ਹੈ। ਤੇ ਸਾਡੇ ਵਰਗੇ ਕੀ ਹੁੰਦਾ ਸੀ, ਜਿਹੜਾ ਤੁਹਾਡੇ ਅਸਲੀ ਗੱਲ ਤੇ ਆ ਜੀ, ਲਓ ਜੀ ਸੱਚੀ ਗੱਲ ਆ, ਜਿਹੜੇ ਤਾਂ ਵੱਡੇ ਘਰਾਂ ਦੇ ਵਿੱਚ ਆ ਉਹ ਇਦਾਂ ਦੀਆਂ ਚੀਜ਼ਾਂ ਦਿੰਦੇ ਹੁੰਦੇ ਸੀ। ਕਿਸੇ ਨੇ ਇਥੋਂ ਲੱਕ ਦੇ ਨਾਲ ਖੋਲ ਕੇ ਚਾਬੀਆਂ ਦਾ ਗੁੱਛਾ ਫੜਾਤਾ, ਕੋਈ ਉਹ 2 ਕੰਗਣ ਲਿਆ ਕੇ ਫੜਾਤੇ ਆਪਣੀ ਨੂੰਹ ਨੂੰ, ਕੋਈ ਸੈੱਟ ਲਿਆ ਕੇ ਦੇ ਦਿੱਤਾ। ਬੜੀਆਂ ਖੁਸ਼ ਹੋਣਾ ਨੂੰਹਾਂ ਨੇ ਵੀ ਕਿ ਲੈ ਭਈ ਸਾਡੀ ਸੱਸ ਤਾਂ ਬੜੀ ਮਾਲਾ ਮਾਲਿਆ, ਆ ਚਾਬੀਆਂ ਦਾ ਗੁੱਛਾ ਫੜਾਤਾ, ਠੀਕ ਹੈ ਨਾ। ਤੇ ਸਾਡੇ ਵਾਲੀਆਂ ਜਿਹੜੀਆਂ ਉਹ ਪਿੰਡਾਂ ਦੀਆਂ ਵਿਚਾਰੀਆਂ ਉਹਨਾਂ ਨੂੰ ਪੁਰਾਣੇ ਸੂਟ ਹੀ ਮਿਲਦੇ ਹੁੰਦੇ, ਉਹਨਾਂ ਨੂੰ ਪੁਰਾਣੇ ਸੂਟ ਮਿਲਣੇ, ਤੇ ਜਾਂ ਫਿਰ ਵੱਧ ਤੋਂ ਵੱਧ ਕੀ ਆ, ਉਹ ਵਿਚਾਰੀ ਬੁੜੀ ਬਿਮਾਰ ਹੋਣੀ, ਮੇਰਾ ਢੱਗ ਵਾਲਾ ਕੁੰਡਾ ਬਣਾਈ ਉਹ ਜਿਹੜਾ ਸਾਂਭ ਕੇ ਰੱਖੀ ਪੁੱਤ ਮੈਂ ਮੇਲੇ ਚਲੀ। ਜਾਂ ਫਿਰ ਇਹ ਕਰਨਾ ਕਿ ਕੋਈ ਬੜਾ ਪੁਰਾਣਾ ਸੂਟ ਪਿਆ ਜਾਂ ਫੁਲਕਾਰੀ ਪਈ ਹੈ ਨਾ, ਉਹ ਕੱਢ ਕੇ ਦੇ ਦੇਣੀ, ਤੇ ਅਬ ਮਜਾਲ ਆਪਣੇ ਤੁੰਬਾਂ ਨੂੰ ਕਦੀ ਕਦੇ ਹੱਥ ਲਾਉਣ ਦਿੱਤਾ। ਮੈਂ ਕਹਾਂ ਜੀ ਉਹਦਾ ਮਰਦੇ ਵਕਤ ਵੀ ਉਹਦਾ ਫੜ ਕੇ ਬੁੜੀਆਂ ਵੀ ਜਦੋਂ ਨਲਾਉਂਦੀਆਂ ਨਾ ਐ ਕਰਕੇ ਲਾਉਂਦੀਆਂ। ਹਾਂ ਸਹੀ ਗੱਲ ਆ। ਤੇ ਉਹ ਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਆਤਮਾ ਜਿਹੜੀ ਹੈ ਨਾ ਕੋਲ ਖੜੀ ਇਹੀ ਕਹਿੰਦੀ ਹੋਣੀ ਕਿ ਹੇ ਸੱਚਿਆ ਪਾਤਸ਼ਾਹ ਮੈਂ ਨਾਲ ਹੀ ਲੈ ਜਾਂਦਾ, ਵਧੀਆ, ਇਹਦੇ ਵਾਸਤੇ ਨਾ ਛੱਡ ਕੇ ਜਾਵਾਂ। ਗੱਲ ਇਹ ਹੈ ਕਿ ਸੱਚੀ ਮੁੱਚੀ ਇਸ ਤਰ੍ਹਾਂ ਪਰ ਇਹ ਜ਼ਿੰਦਗੀ ਨੂੰ ਜਿਉਣ ਦੇ ਮਾਨਣ ਦੇ ਬਹੁਤ ਸਾਰੇ ਰੰਗ ਨੇ, ਠੀਕ ਹੈ ਨਾ। ਸਾਡੇ ਘਰਾਂ ਦੇ ਵਿੱਚ ਬਹੁਤ ਸਾਰੇ ਫਰਕ ਨੇ, ਕਿਉਂਕਿ ਅਸੀਂ ਉਹ ਲੋਕ ਆ ਕਿ ਜਿਹੜੇ ਬਹੁਤ ਵੱਡੀਆਂ ਵੱਡੀਆਂ ਡਿਗਰੀਆਂ ਸਾਡੇ ਬਜ਼ੁਰਗਾਂ ਨੇ ਨਹੀਂ ਕੀਤੀਆਂ, ਪਰ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਕੋਲ ਉਹੋ ਜਿਹੀਆਂ ਡਿਗਰੀਆਂ ਨੇ ਕਿ ਜਿਹੜੀਆਂ ਕਦੇ ਵੀ ਸਕੂਲਾਂ ਦੇ ਵਿੱਚੋਂ, ਕਾਲਜਾਂ ਦੇ ਵਿੱਚੋਂ, ਯੂਨੀਵਰਸਿਟੀਆਂ ਦੇ ਵਿੱਚੋਂ ਨਹੀਂ ਮਿਲਦੀਆਂ। ਉਹ ਵਿੱਦਿਆ ਉਹਨਾਂ ਦੇ ਕੋਲ ਹਾਜ਼ਰ ਸੀ, ਔਰ ਇਸ ਵੇਲੇ ਵੀ ਉਹ ਵੰਡਦੇ ਨੇ ਲੋਕਾਂ ਨੂੰ ਕਿ ਯਾਰ ਇਸ ਤਰੀਕੇ ਦੇ ਨਾਲ ਤੁਸੀਂ ਵਿਚਰੋ ਜ਼ਿੰਦਗੀ ਦੇ ਵਿੱਚ। ਪਰ ਅਸੀਂ ਲੋਕ ਕੀ ਹੈ, ਅਸੀਂ ਸਮਝਦੇ ਕਿ ਸਮਾਂ ਬੜੀ ਤੇਜ਼ੀ ਦੇ ਨਾਲ ਬਦਲ ਰਿਹਾ। ਸਮਾਂ ਉਹੀ ਹੈ, 24 ਘੰਟੇ ਹੀ ਆ, 24 ਘੰਟੇ ਤੁਹਾਡੇ ਲਈ, 24 ਘੰਟੇ ਮੇਰੇ ਲਈ ਹੈ, 24 ਘੰਟੇ ਸਾਡੇ ਦਰਸ਼ਕਾਂ ਦੇ ਲਈ ਹੈ। ਪਰ ਗੱਲ ਇਹ ਹੈ ਕਿ ਇੱਥੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਫਟਾਫਟ ਜ਼ਿੰਦਗੀ ਨੂੰ ਮਾਣ ਲਈਏ, ਉਹ ਅਸੀਂ ਕਾਲ ਦੇ ਵਿੱਚ ਪੈ ਜਾਂਦੇ। ਅਸੀਂ ਤਾਂ ਸਵੇਰ ਕਹਿੰਦੇ ਹਾਂ ਕਿ ਸਵੇਰੇ ਚੜੀ ਰਵੇ ਰਾਤ ਪਵੇ ਨਾ, ਤੇ ਰਾਤ ਜਦੋਂ ਹੋ ਜਾਵੇ ਫਿਰ ਦਿਨ ਨਾ ਚੜੇ, ਇਦਾਂ ਥੋੜਾ ਕਦੇ ਹੁੰਦਾ। ਪਰ ਜੋ ਕਿ ਇਹਦੇ ਨਾਲ ਇਹ ਵੀ ਤਾਂ ਦੇਖਦੇ ਆ ਨਾ ਕਿ ਅਸੀਂ ਆਪਣੇ ਕਾਲ ਦੇ ਵਿੱਚ ਤਾਂ ਲੱਗੇ ਹੋਏ ਆ, ਪਰ ਜ਼ਿਆਦਾ ਪਾਣ ਦੀ ਜਿਹੜੀ ਇੱਕ ਇੱਛਾ ਹੈ ਨਾ ਸਾਡੇ ਵਿੱਚ, ਤੀਵਰਤਾ, ਉਹ ਪੈਦਾ ਹੁੰਦੀ ਜਾਂਦੀ ਹੈ ਕਿ ਸਾਡੇ ਸਮਾਜ ਦੇ ਵਿੱਚ ਜਿੰਨੀ ਵਧੀਆ ਚੀਜ਼ ਹੈ, ਜਿੰਨੀ ਬ੍ਰਾਂਡਡ ਚੀਜ਼ ਹੈ, ਜਿੰਨੀ ਚੰਗੀ ਚੀਜ਼ ਹੈ ਨਾ, ਉਹ ਕਹਿੰਦੇ ਕਿ ਜਿੱਦਾਂ ਹੀ ਮਾਰਕੀਟ ਦੇ ਵਿੱਚ ਆਈ ਹੈ ਨਾ, ਉਹ ਮੇਰੇ ਕੋਲ ਪਹਿਲਾਂ ਹੋਣੀ ਚਾਹੀਦੀ ਹੈ, ਬਾਕੀ ਕਿਸੇ ਨੂੰ ਮਿਲੇ ਭਾਵੇਂ ਨਾ ਮਿਲੇ। ਔਰ ਉਹ ਬ੍ਰਾਂਡਡ ਚੀਜ਼ਾਂ ਦੇ ਮਗਰ ਲੱਗੀ ਜਾਂਦੇ ਪਿਆ, ਦੌੜ ਲੱਗੀ ਹੈ, ਭਾਵੇਂ ਜਿੰਨੀ ਮਰਜ਼ੀ ਮਹਿੰਗੀ ਤੋਂ ਮਹਿੰਗੀ ਹੋਵੇ। ਸਾਡੇ ਮਨ ਦੇ ਵਿੱਚ ਇਹ ਹੁੰਦਾ ਕਿ ਸਾਨੂੰ ਸਭ ਤੋਂ ਪਹਿਲਾਂ ਮਿਲਣੀ ਚਾਹੀਦੀ ਹੈ, ਸਾਡੇ ਕੋਲ ਸਭ ਤੋਂ ਪਹਿਲਾਂ ਆਣੀ ਚਾਹੀਦੀ ਹੈ। ਆਪਣੇ ਦੋਸਤਾਂ, ਮਿੱਤਰਾਂ, ਯਾਰਾਂ, ਬੇਲੀਆਂ ਨੂੰ ਇਹ ਦਿਖਾਣਾ ਹੈ ਕਿ ਮੇਰੇ ਕੋਲ ਦੇਖੋ ਇਹ ਜਿਹੜੀ ਚੀਜ਼ ਹੈ ਨਾ ਮਾਰਕੀਟ ਦੇ ਵਿੱਚ ਅਜੇ ਅਵੇਲੇਬਲ ਨਹੀਂ ਹੈ, ਮਾਰਕੀਟ 'ਚ ਹਜੇ ਨਹੀਂ ਪਹੁੰਚੀ, ਪਰ ਮੇਰੇ ਕੋਲ ਜਿਹੜੀ ਹੈ ਨਾ ਉਹ ਪਹੁੰਚ ਚੁੱਕੀ ਹੈ। ਕਿਉਂ ਜੋਗੀ? ਬਿਲਕੁਲ ਸਹੀ ਗੱਲ ਹੈ। ਔਰ ਆਮ ਤੌਰ ਤੇ ਸਾਡੇ ਨਾ ਗਵਾਂਢ ਦੇ ਵਿੱਚ ਇੱਕ ਬੁੜੀ ਰਹਿੰਦੀ ਹੁੰਦੀ ਸੀਗੀ, ਜਦੋਂ ਕਿਤੇ ਉਹਨੂੰ ਸਾਡੀ ਬੀਬੀ ਨੇ ਕੋਈ ਦਿਖਾਉਣਾ ਕੋਈ ਚੀਜ਼, ਆ ਮੈਂ ਖੇਸ ਲਿਆ, ਇਹ ਮੈਂ ਆਪਣੀ ਕੁੜੀ ਦੇ ਵਾਸਤੇ ਲਿਆ, ਲੈ ਇੱਥੇ ਤਾਂ ਮੈਂ ਪਹਿਲੇ ਹੀ ਆਪਣੀ ਕੁੜੀ ਦੇ ਵਾਸਤੇ ਲੈ ਕੇ ਰੱਖਿਆ ਹੋਇਆ। ਸਾਡੀ ਬੀਬੀ ਉਹਦਾ ਮੂੰਹ ਦੇਖਦਾ ਵੀ ਇਹਦਾ ਠੀਕ ਹੈ ਗੱਲ। ਫਿਰ ਜੇ ਕੋਈ ਸੂਟ ਲਿਆ ਕਿ ਆਹ ਸੂਟ ਲਿਆ ਨਵਾਂ ਆਇਆ ਫੁੱਲਾਂ ਵਾਲਾ, ਇਹ ਨਵਾਂ ਕਹਿੰਦਾ ਸੀ ਭਾਈ ਕਿ ਨਵਾਂ ਮੇਰੇ ਕੁੜੀ ਨੂੰ ਮੈਂ ਦਿੱਤਾ ਸੀ। ਗੱਲ ਕੀ ਉਸ ਨੇ ਗੱਲ ਭੁੰਜੇ ਨਹੀਂ ਪੈਣ ਦੇਣੀ। ਹਰ ਇੱਕ ਚੀਜ਼ ਮੈਂ ਪਹਿਲਾਂ ਅਸੀਂ ਪਹੁੰਚ ਕਿੱਥੇ ਗਏ ਇਸ ਚੀਜ਼ ਨੂੰ ਕਿ ਮੈਂ ਪਹਿਲਾਂ ਕਰਦੇ ਅੱਜ ਅਸੀਂ ਉਸ ਮੁਕਾਮ ਤੇ ਆ ਕਿ ਜਿੱਥੇ ਅਸੀਂ ਸਿਰਫ ਤੇ ਸਿਰਫ ਆਪਣੇ ਆਪ ਨੂੰ ਦੇਖ ਰਹੇ ਹਾਂ। ਸ਼ੀਸ਼ੇ ਵਿੱਚ ਵੀ ਸਾਨੂੰ ਆਪਣਾ ਚਿਹਰਾ ਧੁੰਦਲਾ ਦਿਖਾਈ ਦੇ ਰਿਹਾ, ਕਿਉਂਕਿ ਸਾਡੀਆਂ ਅੱਖਾਂ ਦੇ ਉੱਪਰ ਪੱਟੀ ਜਿਹੜੀ ਆ ਨਾ ਉਹ ਕੁਝ ਹੋਰ ਤਰੀਕੇ ਦੀ ਵੱਜ ਚੁੱਕੀ ਹੈ, ਔਰ ਉਹ ਪੱਟੀ ਖੁੱਲਣ ਦਾ ਨਾਮ ਨਹੀਂ ਲੈ ਰਹੀ। ਬਿਲਕੁਲ ਜੋਗੀ। ਔਰ ਉਹੋ ਜੀ ਕੁਆਲਿਟੀ ਜਿਹੜੀ ਬੁੜੀ ਦੀ ਤੁਸੀਂ ਗੱਲ ਸੁਣਾਈ, ਉਹੋ ਜੀ ਕੁਆਲਿਟੀ ਅੱਜ ਦੇ ਸਾਡੇ ਸਮਾਜ ਦੇ ਵਿੱਚ ਆ ਚੁੱਕੀ ਹੈ। ਉਹ ਤਾਂ ਬੁੜੀ ਦੇ ਵਿੱਚ ਸੀ, ਹੁਣ ਤਾਂ ਅੱਜ ਕੱਲ ਦੇ ਜੰਮਦੇ ਨਿਆਣੇ ਦੇ ਵਿੱਚ ਉਹੋ ਜੀ ਕੁਆਲਿਟੀ ਆ ਗਈ ਹੈ ਕਿ ਹਾਂ ਮੈਂ ਇਹ ਲੈਣਾ ਤੇ ਮੈਂ ਇਹ ਨਹੀਂ ਲੈਣਾ। ਔਰ ਅੱਜ ਕੱਲ ਦੇ ਨਿਆਣੇ, ਮੈਂ ਕਹਿੰਦੀ ਹਾਂ ਤੁਸੀਂ ਪੁੱਛੋ ਨਾ ਮਾਰਕੀਟ ਦੇ ਵਿੱਚ ਕੋਈ ਚੀਜ਼ ਆਵੇ ਜਾਂ ਕੋਈ ਦੁਕਾਨ ਦੇ ਵਿੱਚ ਜਾਂ ਕੋਈ ਟੀਵੀ ਦੇ ਵਿੱਚ, ਅੱਜ ਕੱਲ ਤਾਂ ਸੋਸ਼ਲ ਮੀਡੀਆ ਜਾਂ ਕਹਿ ਲਓ ਟੀਵੀ ਦੇ ਵਿੱਚ ਹਰੇਕ ਚੀਜ਼ ਜਿਹੜੀ ਹੈ ਫਟਾਫਟ ਆ ਜਾਂਦੀ, ਬੜਾ ਬੋਲਬਾਲਾ ਵਾ ਹਰੇਕ ਚੀਜ਼ ਦਾ। ਔਰ ਨਿੱਕਿਆਂ ਬੱਚਿਆਂ ਨੂੰ ਵੀ ਪਤਾ ਹੈ ਕਿ ਇਹ ਜਿਹੜੀ ਚੀਜ਼ ਹੈ ਨਵੀਂ ਹੈ ਤੇ ਇਹ ਅਸੀਂ ਲੈਣੀ। ਤੇ ਸਾਡੇ ਵਰਗੇ ਜਿਹੜੇ ਸੀਗੇ ਨਾ, ਉਹਨਾਂ ਨੂੰ ਟੁੱਟਾ ਖਿਡੌਣਾ ਜਾਂ ਵੱਡੇ ਭੈਣ ਭਰਾ ਦੀ ਕੋਈ ਚੀਜ਼ ਮਿਲ ਜਾਂਦੀ ਤਾਂ ਉਹ 'ਚ ਬੜੇ ਖੁਸ਼ ਹੋ ਜਾਂਦੇ ਸੀ, ਆਨੰਦਿਤ ਹੋ ਜਾਂਦੇ ਸੀਗੇ। ਮੈਂ ਕਹਾਂ ਜੀ ਦੇਖੋ ਪੁਰਾਣੇ ਸਮੇਂ ਦੇ ਜਿਹੜੇ ਬੱਚੇ ਆ, ਤੁਸੀਂ ਮੋਬਾਈਲ ਫੋਨ ਲੈ ਕੇ ਆਓ
ਠੀਕ ਹੈ, ਜਾਂ ਤੁਸੀਂ ਜੁੱਤੀਆਂ ਹੀ ਲੈ ਕੇ ਆਓ ਹੈਨਾ, ਉਹਦੇ ਡੱਬੇ ਨਾਲ ਹੀ ਖੇਡਣ ਲੱਗ ਜਾਂਦੇ ਸਹੀ ਸੀਗੇ ਗੱਲ ਆ। ਮੋਬਾਈਲ ਫੋਨ ਦੇ ਡੱਬੇ ਦੇ ਨਾਲ, ਕੋਈ ਲਿਫਾਫਾ ਲੈ ਕੇ ਉਹ ਲਿਫਾਫੇ ਦੇ ਵਿੱਚ ਖੁਸ਼, ਕੋਈ ਕਿਤਾਬਾਂ ਲੈ ਕੇ ਉਹਦੀਆਂ ਰੰਗ ਬਰੰਗੀਆਂ ਜਲਦਾਂ ਦੇਖ ਕੇ ਖੁਸ਼। ਜਿਹੜੇ ਉਸ ਸਮੇਂ ਦੇ ਬੱਚੇ ਤੇ ਇਸ ਸਮੇਂ ਦੇ ਬੱਚਿਆਂ ਦੇ ਵਿੱਚ ਕਾਫੀ ਫਰਕ ਆ ਗਿਆ। ਉਸ ਸਮੇਂ ਦੇ ਬੱਚੇ ਜਿਹੜੇ ਵੱਧ ਤੋਂ ਵੱਧ ਵਿਚਾਰੇ ਜਦੋਂ ਕਿਤੇ ਉਹਨਾਂ ਨੂੰ ਨਾ ਰਬੜ ਵਾਲੀ ਉਹ ਕੀ ਕਹਿੰਦਾ ਲਾਸਕਟ ਵਾਲੀ ਨਿੱਕਰ ਮਿਲ ਜਾਂਦੀ ਸੀ ਤੇ ਉਹਨਾਂ ਨੂੰ ਲੱਗਦਾ ਹੁੰਦਾ ਸੀ ਕਿ ਪਤਾ ਨਹੀਂ ਕਿ ਦੁਨੀਆ ਦੀ ਕਿੰਨੀ ਵੱਡੀ ਮਾਰ ਲਈ ਹੈ, ਠੀਕ ਹੈ ਨਾ, ਤੇ ਜਾਂ ਫਿਰ ਸਿੱਲਾਂ ਵਾਲਾ ਬਾਂਦਰ, ਠੀਕ ਹੈ, ਆਪ ਵੀ ਬਾਂਦਰ ਹੁੰਦੇ ਸੀ ਤੇ ਨਾਲ ਸਿੱਲਾਂ ਵਾਲਾ ਬਾਂਦਰ, ਪੂਰਾ ਸਿੱਲਾਂ ਵਾਲਾ ਬਾਂਦਰ ਟੱਪਣਾ, ਇੱਧਰ ਸਾਡਾ ਬਾਂਦਰ ਟੱਪਣਾ। ਜੋ ਮੈਨੂੰ ਸਾਰੀਆਂ ਗੱਲਾਂ ਯਾਦ ਹੈ ਬਚਪਨ 'ਚ ਕੀ ਕੁਛ ਕੀਤਾ ਹੋਇਆ ਹੈ। ਗੱਲ ਇਹ ਉਹ ਜਿਹੜੀ ਜ਼ਿੰਦਗੀ ਸੀ ਉਹ ਸੌਖੀ ਸੀ, ਸਰਲ ਸੀ, ਮਾਂ-ਬਾਪ ਵੀ ਖੁਸ਼ ਸੀ, ਸਮਾਜ ਵੀ ਖੁਸ਼ ਸੀ। ਪਰ ਅੱਜ ਕੱਲ ਦੇ ਬੱਚੇ ਇੱਕ ਉਹ ਲਸਕਟ ਵਾਲੀ ਨਿੱਕਰ ਦੇ ਨਾਲ ਖੁਸ਼ ਥੋੜਾ ਹੁੰਦੇ, ਉਹ ਸਿੱਲਾਂ ਵਾਲੇ ਬਾਂਦਰ ਨਾਲ ਥੋੜਾ ਖੁਸ਼ ਹੁੰਦੇ ਆ, ਉਹ ਤੇ ਮਾਂ-ਬਾਪ ਨੂੰ ਬਾਂਦਰ ਬਣਾਉਂਦੇ ਆ। ਬਿਲਕੁਲ। ਔਰ ਇੱਕ ਚੀਜ਼ ਹੋ ਰਿਹਾ, ਤੁਸੀਂ ਜਿੰਨੇ ਮਰਜ਼ੀ ਜੋਗੀ ਅੱਜ ਦੇ ਦੌਰ ਵਿੱਚ ਤੁਸੀਂ ਖਿਡੌਣੇ ਲਿਆ ਕੇ ਦੇ ਦਿਓ ਨਿਆਣਿਆਂ ਨੂੰ, ਹਰ ਦਿਨ ਨਵੇਂ ਨਿੱਤ ਖਿਡੌਣੇ ਦੀ ਡਿਮਾਂਡ ਕਰਦੇ ਨੇ। ਔਰ ਇਹ ਨਹੀਂ ਲੈਣਾ, ਉਹ ਲੈਣਾ, ਉਹ ਨਹੀਂ ਲੈਣਾ। ਸ਼ਾਇਦ ਕਿਤੇ ਨਾ ਕਿਤੇ ਆ ਕੇ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਚੀਜ਼ ਹੈ ਕੀ ਹੈ, ਤੇ ਬੱਚਿਆਂ ਨੂੰ ਸਭ ਪਤਾ ਹੈ ਮਾਰਕੀਟ ਦੇ ਵਿੱਚ ਕਿ ਕੀ ਆਉਂਦਾ ਪਿਆ। ਔਰ ਮੈਨੂੰ ਲੱਗਦਾ ਕਿ ਅਸੀਂ ਇੱਕ ਨਿੱਕੀ ਜਿਹੀ ਚੀਜ਼ ਤੋਂ ਖੁਸ਼ ਹੋ ਜਾਂਦੇ ਸੀ ਨਾ। ਸਾਡੇ ਮਾਪਿਓ ਬਾਜ਼ਾਰੋਂ ਆਣਾ ਭਾਵੇਂ ਰਾਸ਼ਨ ਹੀ ਲੈ ਕੇ ਆਉਂਦੇ ਹੁੰਦੇ ਸੀ ਘਰ ਦਾ, ਤੇ ਅਸੀਂ ਇੰਨੇ ਖੁਸ਼ ਹੋਣਾ ਸਾਡੇ ਘਰ ਰਾਸ਼ਨ ਆ ਗਿਆ ਮਹੀਨੇ ਦਾ ਹਨਾ। ਤੇ ਅੱਜ ਕੱਲ ਦੇ ਨਿਆਣੇ ਭਾਵੇਂ ਇੱਕ ਤੁਸੀਂ 4 ਖਿਡੌਣੇ ਇਕੱਠੇ ਲਿਆ ਦੋ, ਦੂਜੇ ਦਿਨ ਤੁਸੀਂ ਇੱਕ ਚੀਜ਼ ਦਾ ਤੁਸੀਂ ਪੁੱਛੋਗੇ ਤਾਂ ਨਿਆਣਿਆਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ। ਬਿਲਕੁਲ ਆਹੀ ਗੱਲ ਹੈ ਕਿ ਅੱਜ ਸਾਡੇ ਨਿਆਣੇ ਦੇ ਅੰਦਰ ਸੰਤੁਸ਼ਟੀ ਜਿਹੜੀ ਆ ਉਹ ਖਤਮ ਹੋ ਗਈ, ਘਟਦੀ ਜਾ ਰਹੀ ਹੈ, ਠੀਕ ਹੈ ਨਾ, ਖਤਮ ਹੀ ਹੋ ਗਈ ਤਕਰੀਬਨ। ਕਿਸੇ ਵੀ ਚੀਜ਼ ਨਾਲ ਸੰਤੁਸ਼ਟ ਨਹੀਂ ਹੁੰਦੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਦੌੜ ਤੇ ਹੋੜ ਆ, ਇਹ ਸਾਨੂੰ ਤੰਗ ਪਰੇਸ਼ਾਨ ਕਰੂਗੀ। ਵੈਸੇ ਇੰਡੀਆ ਦੇ ਵਿੱਚ ਤਾਂ ਹੁਣ ਵੀ ਮਾਪਿਆਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਹੋਇਆ। ਬੱਚੇ ਜਿਹੜੇ ਆ ਚੀਜ਼ਾਂ ਲੈਣ ਦੀ ਖਾਤਰ ਮਾਂ-ਬਾਪ ਦੇ ਸੰਗ ਦੇ ਵਿੱਚ ਗੂਠਾ ਦਿੰਦੇ ਆ, ਔਰ ਉਹ ਵੀ ਪੈਰਾਂ ਦਾ, ਠੀਕ ਹੈ ਨਾ, ਕਿ ਮਾਂ-ਬਾਪ ਟੱਠੇ ਖੂਹ ਦੇ ਵਿੱਚ ਜਾਣ, ਸਾਡੀ ਜਿਹੜੀ ਚੀਜ਼ ਆ ਅਭੀ ਤੋਂ ਤਭੀ ਸਾਨੂੰ ਹੋਣੀ ਚਾਹੀਦੀ ਹੈ। ਜ਼ਿੱਦ ਪੁਰਾਣੇ ਸਮੇਂ ਦੇ ਵਿੱਚ ਵੀ ਕਰਦੇ ਹੁੰਦੇ ਸੀਗੇ, ਅਸੀਂ ਤਾਂ ਉਸ ਸਮੇਂ ਦੇ ਬੱਚੇ ਆ ਕਿ ਜਦੋਂ ਜ਼ਿੱਦ ਕਰਨੀ ਕੁੱਟ ਪੈ ਜਾਣੀ, ਠੀਕ ਹੈ, ਰੋਣਾ, ਕਲਪਣਾ, ਲਿਟਣਾ, ਤੇ ਫਿਰ ਚੁੱਪ ਕਰਾਉਣ ਨੂੰ ਫੇਰ ਕੁੱਟ ਖਾਣੀ। ਸਾਡੇ ਨਾਲ ਤਾਂ ਹੋਈ ਚੱਕੋ ਤੇਰ ਵੀ ਹੈ ਨਾ, ਇਹ ਥੋੜੋ ਕਿ ਜਿੱਦਾਂ ਹੁਣ ਬਾਹਰਲੀ ਕੰਟਰੀਜ਼ ਵਿੱਚ ਕਿਤੇ ਵੀ ਦੇਖ ਲਓ, ਬੱਚਾ ਮੰਨ ਲਓ ਰੋਂਦਾ ਆ ਤੇ ਉਹਨੂੰ ਬੜਾ ਪਲੋਸਦੇ ਆ, ਪਿਆਰ ਕਰਦੇ, ਕੋਈ ਟਾਫੀ ਦੇਤੀ, ਕੋਈ ਚਾਕਲੇਟ ਦੇਤਾ, ਕੋਈ ਖਿਡੌਣਾ ਦੇਤਾ। ਤੇ ਸਾਡੇ ਵਾਲਾ ਬੱਚਾ ਜੇਕਰ ਕਿਤੇ ਕੋਈ ਰੋਂਦਾ ਸੀ ਤਾਂ ਜੁੱਤੀ ਲਾ ਕੇ 5-7 ਢੂਈ ਦੇ ਵਿੱਚ ਪੈਂਦੀਆਂ ਸੀ, ਬੱਚਾ ਆਰਾਮ ਦੇ ਨਾਲ ਖੁਸ਼ ਜਾ ਕੇ ਮਿੱਟੀ ਦੇ ਵਿੱਚ ਖੇਡਣ ਲੱਗ ਪੈਣਾ। ਮਿਲਦਾ ਫੇਰ ਕੁਝ ਨਹੀਂ ਸੀ ਹੁੰਦਾ, ਪਰ ਫੇਰ ਵੀ ਸੰਤੁਸ਼ਟੀ ਹੁੰਦੀ ਸੀ। ਕਾਰਨ ਅਸੀਂ ਇੱਥੇ ਉਹੀ ਗੱਲ ਕਰਨੀ ਚਾਹ ਰਹੇ ਹਾਂ ਖਰੀਆਂ ਕੋਟੀਆਂ ਪ੍ਰੋਗਰਾਮ ਦੇ ਵਿੱਚ ਕਿ ਸਾਡੇ ਬੱਚਿਆਂ ਦੇ ਵਿੱਚੋਂ ਅੱਜ ਸੰਤੁਸ਼ਟੀ ਖਤਮ ਹੁੰਦੀ ਜਾ ਰਹੀ ਹੈ। ਸਾਡੇ ਬੱਚੇ ਅੱਜ ਮਾਂ-ਬਾਪ ਨੂੰ ਤੰਗ ਪਰੇਸ਼ਾਨ ਕਰ ਰਹੇ ਆ, ਔਰ ਸਿਰਫ ਇਸ ਚੀਜ਼ ਦੇ ਵਾਸਤੇ ਕਿ ਮੈਂ ਸਭ ਤੋਂ ਪਹਿਲਾਂ ਉਹ ਚੀਜ਼ ਖਰੀਦ ਲਵਾਂ ਕਿ ਜਿਹੜੀ ਚੀਜ਼ ਦੂਸਰੇ ਦੇ ਕੋਲ ਹੈ ਨਹੀਂ। ਔਰ ਬ੍ਰਾਂਡਡ ਮੈਂ ਚੀਜ਼ ਚਾਹੁੰਦਾ, ਮੇਰੇ ਬੂਟ ਬ੍ਰਾਂਡਡ ਹੋਣ, ਸੂਟ ਬ੍ਰਾਂਡਡ ਹੋਵੇ, ਅੱਖਾਂ ਤੇ ਐਨਕ ਬ੍ਰਾਂਡਡ ਹੋਵੇ, ਮੇਰੇ ਗਲ ਦੇ ਵਿੱਚ ਕੋਈ ਚੀਜ਼ ਬ੍ਰਾਂਡਡ ਪਾਈ ਹੋਵੇ। ਗੱਲ ਕੀ ਹਰ ਇੱਕ ਚੀਜ਼ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨੌਹਾਂ ਤੱਕ ਜਿਹੜੀ ਮੇਰੇ ਕੋਲ ਹੋਵੇ ਉਹ ਬ੍ਰਾਂਡਡ ਹੋਣੀ ਚਾਹੀਦੀ ਆ। ਇਸ ਬ੍ਰਾਂਡਡ ਦੀ ਦੌੜ ਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗਵਾਉਂਦੇ ਜਾ ਰਹੇ ਹਾਂ, ਜਿਨ੍ਹਾਂ ਦੇ ਵਿੱਚ ਇੱਕ ਮਾਂ-ਬਾਪ ਦਾ ਪਿਆਰ ਵੀ ਹੈ। ਬਹੁਤ ਸਾਰੀਆਂ ਗੱਲਾਂ ਬਾਤਾਂ ਹੱਲੇ ਬਾਕੀ ਨੇ, ਸੁਣਦੇ ਰਹਿਣਾ ਜੀ। ਇਸ ਬ੍ਰੇਕ ਤੋਂ ਬਾਅਦ ਅਸੀਂ ਮੁੜ ਹਾਜ਼ਰ ਰਹਾਂਗੇ, ਬ੍ਰੇਕ ਲੈਂਦੇ ਹਾਂ। ਤੁਹਾਡਾ ਆਪਣਾ ਖਾदिम ਜੁਐਲਰ, ਵਿਆਹ ਹੋਵੇ ਪੁੱਤ ਦਾ ਜਾਂ ਫਿਰ ਹੋਵੇ ਧੀ ਦਾ, ਆਪਣਿਆਂ ਦਾ ਪਿਆਰ ਤੇ ਵਿਸ਼ਵਾਸ, ਤੁਹਾਡਾ ਆਪਣਾ ਖਾदिम ਜੁਐਲਰ। ਪਿਆਰ ਹੋਵੇਗਾ ਤੁਹਾਡਾ ਤੇ ਵਿਸ਼ਵਾਸ ਹੋਵੇਗਾ ਸਾਡਾ। ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ ਹੀਰੇ ਵਰਗੀ ਚਮਕ, ਚਾਹੁੰਦੇ ਹੋ ਕੀਮਤੀ ਪਲਾਂ ਨੂੰ ਖੂਬਸੂਰਤ ਬਣਾਉਣਾ, ਤਾਂ ਫਿਰ ਜਲਦੀ ਪਹੁੰਚੋ ਖਾदिम ਜੁਐਲਰ, ਜਿੱਥੇ ਤੁਹਾਨੂੰ ਨਵੇਂ ਡਿਜ਼ਾਈਨਸ ਦੇ ਨਾਲ ਮਿਲਣਗੇ ਪਿਓਰ ਤੇ ਖੂਬਸੂਰਤ ਗਹਿਣੇ। ਸ਼ੁੱਧਤਾ ਤੇ ਭਰੋਸੇ ਦਾ ਨਾਂ ਹੈ ਸਿਰਫ ਤੇ ਸਿਰਫ ਖਾदिम ਜੁਐਲਰ। ਗੱਲ ਮੈਰਿਜ ਰਿੰਗ ਦੀ ਹੋਵੇ ਜਾਂ ਫਿਰ ਹੋਵੇ ਕੰਨਾਂ ਦੇ ਝੁਮਕਿਆਂ ਦੀ, ਜਾਂ ਫਿਰ ਹੋਵੇ ਗਲ ਦੇ ਰਾਣੀ ਹਾਰ ਦੀ, ਗੱਲ ਹੋਵੇ ਹੱਥਾਂ ਦੇ ਖੂਬਸੂਰਤ ਚੂੜੀਆਂ ਦੀ, ਤੁਹਾਡੀਆਂ ਖੁਸ਼ੀਆਂ ਦੇ ਵਿੱਚ ਖਰੇ ਸੋਨੇ ਵਾਂਗ ਚਮਕਦਾ ਏ। ਖਾदिम ਜੁਐਲਰ ਹਰ ਪ੍ਰਕਾਰ ਦੇ ਗਹਿਣਿਆਂ ਦੀ ਇੱਕ ਵੱਡੀ ਰੇਂਜ
ਤੇ ਅਨਬਲੀਵੇਬਲ ਪ੍ਰਾਈਸ। ਤਾਂ ਫਿਰ ਹੈ ਨਾ ਖੁਸ਼ਖਬਰੀ। ਰਿਸ਼ਤਿਆਂ ਦੀਆਂ ਤੰਦਾਂ ਨੂੰ ਸੁਨਹਿਰੀ ਅਤੇ ਪਿਆਰ ਭਰੀਆਂ ਗੰਢਾਂ ਦੇਣ ਦੇ ਲਈ ਖਾਦਿਮ ਜਿਊਲਰ ਆਪਦੀ ਸੇਵਾ ਦੇ ਵਿੱਚ ਹਾਜ਼ਰ ਹੈ। ਰਿਸ਼ਤਿਆਂ ਦੀ ਬੁੱਕਲ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਹਮੇਸ਼ਾ ਤਿਆਰ ਤੁਹਾਡਾ ਆਪਣਾ ਖਾਦਿਮ ਜਿਊਲਰ। ਖਾਦਿਮ ਜਿਊਲਰ ਦੀ ਵੰਨ-ਸੁਵੰਨਤਾ ਤੁਹਾਡੀ ਰਿਸ਼ਤਿਆਂ ਨੂੰ ਪਿਆਰ ਭਰੇ ਰੰਗ ਦੇ ਵਿੱਚ ਹਮੇਸ਼ਾ ਤੁਹਾਡੇ ਨਾਲ। ਵੈਰਾਈਟੀ ਅਤੇ ਕੁਆਲਿਟੀ ਦੇ ਨਾਲ ਕੋਈ ਸਮਝੌਤਾ ਨਹੀਂ। ਹਮੇਸ਼ਾ ਆਪਣੇ ਪਿਆਰਿਆਂ ਦੀ ਸੇਵਾ ਦੇ ਵਿੱਚ ਹਾਜ਼ਰ। ਆਪਣੇ ਚਾਵਾਂ, ਉਮੰਗਾਂ ਤੇ ਖੁਸ਼ੀਆਂ ਨੂੰ ਪੂਰਾ ਕਰਨ ਦੇ ਲਈ ਪਹੁੰਚੋ ਆਪਣੇ ਸਭ ਤੋਂ ਪੁਰਾਣੇ ਤੇ ਸਭ ਤੋਂ ਪਪੂਲਰ ਜਿਊਲਰ, ਜਿਸ ਦਾ ਨਾਮ ਹੈ ਖਾਦਿਮ ਜਿਊਲਰ। ਤੁਹਾਡੇ ਆਪਣੇ ਸ਼ਹਿਰ ਸੈਕਰਾਮੈਂਟੋ 'ਚ 7386 Stockton Boulevard, Suite L, Sacramento 95823। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਰੀਆਂ ਖੋਟੀਆਂ ਵਿੱਚ। ਮੈਂ ਹਨੀਤੂ ਤੇ ਮੇਰੇ ਨਾਲ ਨੇ ਜੀ ਚਰਨਜੀਤ ਸਿੰਘ ਜੋਗੀ। ਔਰ ਜੋਗੀ, ਅਸੀਂ ਗੱਲ ਕਰ ਰਹੇ ਹਾਂ ਬ੍ਰਾਂਡਡ ਚੀਜ਼ਾਂ ਦੀ, ਬ੍ਰਾਂਡਡ ਕੱਪੜਿਆਂ ਦੀ, ਬ੍ਰਾਂਡਡ ਬੂਟਾਂ ਦੀ, ਐਨਕਾਂ ਦੀ। ਮੈਂ ਕਹਿੰਦੀ ਹਾਂ ਹਰੇਕ ਚੀਜ਼ ਅੱਜ ਦੇ ਦੌਰ ਦੇ ਵਿੱਚ ਲੋਕ ਦੌੜ ਰਹੇ ਨੇ ਬ੍ਰਾਂਡਡ ਚੀਜ਼ਾਂ ਲੈਣ ਦੇ ਵਾਸਤੇ। ਕਿਤੇ ਨਾ ਕਿਤੇ ਆ ਕੇ ਨਾ ਮਾਂ-ਬਾਪ ਦੀ ਇੱਕ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਨੂੰ, ਕਿਉਂਕਿ ਮਾਂ-ਬਾਪ ਵੀ ਮੈਨੂੰ ਲੱਗਦਾ ਥੋੜੇ ਜਿਹੇ ਇਹਦੇ ਵਿੱਚ ਜ਼ਿੰਮੇਵਾਰ ਨੇ, ਕਿਉਂਕਿ ਉਹ ਚਾਹੁੰਦੇ ਨੇ ਕਿ ਸਾਡੇ ਜਿਹੜੇ ਬੱਚੇ ਨੇ ਨਾ ਉਹ ਦੁਨੀਆ ਦੇ ਸਭ ਤੋਂ ਸੋਹਣੇ ਬੱਚੇ ਲੱਗਣੇ ਚਾਹੀਦੇ ਨੇ। ਦੁਨੀਆ ਦੀ ਹਰੇਕ ਚੀਜ਼ ਉਹਨਾਂ ਦੇ ਕੋਲ ਹੋਣੀ ਚਾਹੀਦੀ ਹੈ ਔਰ ਸਭ ਤੋਂ ਚੰਗੇ, ਸਭ ਤੋਂ ਵਧੀਆ ਲੱਗਣੇ ਚਾਹੀਦੇ ਨੇ। ਇਹ ਨਹੀਂ ਸੋਚਦੇ ਕਿ ਉਹਦੇ ਨਾਲ ਕਿਤੇ ਨਾ ਕਿਤੇ ਆ ਕੇ ਅਸੀਂ ਇਹ ਨਹੀਂ ਦੇਖਦੇ ਕਿ ਸਾਡੇ ਬੱਚਿਆਂ ਦੇ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਘਟਦੀਆਂ ਜਾ ਰਹੀਆਂ ਨੇ ਤੇ ਬ੍ਰਾਂਡ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ। ਬਿਲਕੁਲ। ਸਾਡੇ ਬੱਚਿਆਂ ਦੇ ਵਿੱਚ ਦੇਖੋ, ਅਸੀਂ ਆਪਣੇ ਬੱਚਿਆਂ ਦੇ ਵਿੱਚ ਸੰਤੁਸ਼ਟੀ ਦਾ ਗੁਣ ਨਹੀਂ ਭਰ ਸਕੇ ਕਿ ਸਬਰ ਸੰਤੋਖ ਕਿਵੇਂ ਕਰਨਾ ਹੈ। ਜੇਕਰ ਸਾਨੂੰ ਸਬਰ ਸੰਤੋਖ ਆ ਜਾਵੇ, ਦੇਖੋ ਸਭ ਤੋਂ ਵੱਧ ਕੱਪੜਾ ਜਿਹੜਾ ਸੁਖਾਵਾਂ ਤੁਹਾਡੇ ਸਰੀਰ ਨੂੰ ਲੱਗਦਾ ਉਹ ਤੇ ਖੱਦਰ ਦਾ ਜੀ। ਬਿਲਕੁਲ ਠੀਕ ਹੈ ਜੀ। ਖੱਦਰ ਦਾ ਕੱਪੜਾ ਅੱਜ ਕੱਲ ਕੋਈ ਪਾਉਣਾ ਨਹੀਂ ਚਾਹੁੰਦਾ। ਅੱਜ ਕੱਲ ਤਾਂ ਸਾਰੇ ਪਤਾ ਨਹੀਂ ਕੈਸੀਆਂ ਚੀਜ਼ਾਂ ਪਾਉਣ ਲੱਗ ਪਏ, ਨਾਮ ਵੀ ਨਹੀਂ ਪਤਾ ਲੱਗਦਾ ਕਿਹੜੇ ਨੇ। ਠੀਕ ਹੈ ਨਾ। ਸਭ ਤੋਂ ਅਸੀਂ ਜੇਕਰ ਚਾਹੀਏ ਕਿ ਸਾਨੂੰ ਘੜੇ ਦਾ ਪਾਣੀ ਜਿਹੜਾ ਹੈ ਉਹ ਆਪਣੇ ਆਪ ਨੂੰ, ਘੜਾ ਜਿਹੜਾ ਨਾ ਉਹ ਤੁਹਾਡੇ ਪਾਣੀ ਨੂੰ ਫਿਲਟਰ ਵੀ ਕਰਦਾ। ਠੀਕ ਹੈ ਨਾ। ਤੁਹਾਡੇ ਪਾਣੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਤੱਤ ਹੋਊਗਾ, ਘੜਾ ਆਪਣੇ ਆਪ ਫਿਲਟਰ ਕਰਦਾ ਜੀ। ਅੱਜ ਲੋਕ ਖੱਦਰ ਪਾਉਣ ਲੱਗ ਪਏ। ਅੱਜ ਲੋਕ ਆਪਣੇ ਘਰਾਂ ਦੇ ਵਿੱਚ ਫ੍ਰਿਜ ਦੇ ਨਾਲ ਖੂੰਜਿਆਂ ਦੇ ਵਿੱਚ ਘੜੇ ਵੀ ਰੱਖਣ ਲੱਗ ਪਏ। ਠੀਕ, ਵਾਪਸ ਪਰਤ ਰਹੇ ਸੀ, ਬੈਗ ਗਿਰ ਲੱਗ ਗਿਆ। ਪਰ ਸਾਨੂੰ ਇਹ ਤੇ ਸੋਚਣਾ ਚਾਹੀਦਾ ਕਿ ਜਿਸ ਚੀਜ਼ਾਂ ਦੀ ਪ੍ਰਾਪਤੀ ਦੇ ਵਾਸਤੇ ਅਸੀਂ ਦੌੜ ਲਗਾਈ ਹੋਈ ਸੀ, ਉਹ ਚੀਜ਼ਾਂ ਕੀ ਸਾਡੇ ਲਈ ਸੁਖਾਵੀਆਂ ਨੇ। ਮਹਿੰਗੀਆਂ ਅਸੀਂ ਐਨਕਾਂ ਲਾਉਨੇ ਆ, ਠੀਕ ਹੈ। ਮਹਿੰਗੇ ਸਾਡੇ ਹੱਥਾਂ ਦੇ ਵਿੱਚ ਫੋਨ ਨੇ। ਉਹ ਭੇਜਣਾ ਤੇ ਸੁਨੇਹਾ ਹੀ ਹੁੰਦਾ, ਕਰਨੀ ਤੇ ਇੱਕ ਦੂਸਰੇ ਨਾਲ ਅਸੀਂ ਸੁੱਖ ਸਾਂਦ ਦੀ ਹਾਏ ਹੈਲੋ ਹੀ ਹੁੰਦੀ ਹੈ। ਠੀਕ ਹੈ ਨਾ। ਪਰ ਸਾਡੇ ਕੋਲ ਜਦ ਤੱਕ ਹੱਥਾਂ ਦੇ ਵਿੱਚ ਉਹ ਅੱਧਾ ਖਾਦਾ ਹੋਇਆ ਸੇਬ ਵਾਲਾ ਫੋਨ ਨਹੀਂ ਆਉਂਦਾ ਤਾਂ ਸਾਨੂੰ ਸਕੂਨ ਨਹੀਂ ਆਉਂਦਾ। ਸਕੂਨ ਨਹੀਂ ਆਉਂਦਾ। ਇਹ ਵੀ ਦੇਖੋ ਜੋਗੀ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਦੌੜ ਤਾਂ ਲੱਗੀ ਹੋਈ ਹੈ। ਤੁਸੀਂ ਹੁਣੇ ਗੱਲ ਕੀਤੀ ਕਿ ਘਰਾਂ ਦੇ ਵਿੱਚ ਘੜੇ ਰੱਖੇ ਹੋਏ ਨੇ ਜਾਂ ਜੋ ਵੀ ਹੈ। ਇਹਦੇ ਨਾਲ ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੈ, ਜਿਹੜਾ ਇਹ ਮਾਹੌਲ ਪਿਛਲੇ 1 ਸਾਲ 1.5 ਸਾਲ ਤੋਂ ਚੱਲਦਾ ਪਿਆ ਵਾ, ਉਹਦੇ ਵਿੱਚ ਇੱਕ ਚੀਜ਼ ਹੋਰ ਪਰਿਵਰਤਨ ਹੋਇਆ ਕਿ ਤੁਸੀਂ ਨੋਟ ਕੀਤਾ ਹੋਣਾ ਕਿ ਹਰੇਕ ਕੰਟਰੀ ਦੇ ਵਿੱਚ, ਜੇ ਅਸੀਂ ਇਕੱਲੇ ਭਾਰਤ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਸਾਈਕਲ ਜਿਹੜੇ ਨੇ ਨਾ ਉਹ ਸੇਲ ਹੋਏ ਨੇ, ਵੇਚੇ ਗਏ ਨੇ। ਬਿਲਕੁਲ। ਦੇਖੋ ਇਟਲੀ ਦੇ ਵਿੱਚ ਅੱਜ ਵੀ ਲੋਕ ਸਾਈਕਲ ਤੇ ਕੰਮਾਂ ਕਰਾਂ ਤੇ ਜਾਂਦੇ ਨੇ। ਸਰਕਾਰ ਨੇ ਕਿਹਾ ਕਿ ਸਾਈਕਲ ਤੇ ਆਓ ਜਾਓ। ਠੀਕ ਹੈ ਨਾ। ਬਹੁਤ ਸਾਰੇ ਦੇਸ਼ਾਂ ਦੇ ਖੁਦ ਪ੍ਰਧਾਨ ਮੰਤਰੀ ਆਪ ਸਾਈਕਲ ਚਲਾਉਂਦੇ ਨੇ। ਠੀਕ ਹੈ ਨਾ। ਸਾਡੇ ਵਾਲੇ ਜਿਹੜੇ ਆ ਕਾਰਾਂ ਦੇ ਵਿੱਚ ਸਾਈਕਲ ਰੱਖਦੇ ਨੇ ਤੇ ਉੱਥੇ ਜਾ ਕੇ ਸਾਈਕਲ ਚਲਾਉਂਦੇ ਨੇ। 15 ਨਾਲ ਗੱਡੀਆਂ ਵੀ ਲੱਗੀਆਂ ਹੁੰਦੀਆਂ। ਹਾਂ, ਕਾਰਨ ਇਹ ਹੈ ਕਿ ਸਾਨੂੰ ਆਪਣੀਆਂ ਜੜ੍ਹਾਂ ਦੇ ਨਾਲੋਂ ਟੁੱਟ ਕੇ ਮਨੁੱਖ ਜਿਹੜਾ ਤੇ ਰੁੱਖ ਉਹ ਕਦੇ ਹਰੇ ਨਹੀਂ ਰਹਿੰਦੇ। ਅਸੀਂ ਜੜ੍ਹਾਂ ਨਾਲੋਂ ਟੁੱਟ ਗਏ ਸੀ। ਹੁਣ ਅਸੀਂ ਹੌਲੀ ਸਿੱਖ ਲਿਆ ਕਿ ਭਾਈ ਮੱਛੀ ਨੇ ਪੱਥਰ ਚੱਟ ਲਿਆ, ਹੁਣ ਸਾਨੂੰ ਵਾਪਸ ਮੁੜਨਾ ਪਏ। ਹੁਣ ਅਸੀਂ ਵਾਪਸੀ ਦੇ ਦੌਰ ਦੇ ਵਿੱਚ ਹਾਂ, ਵਾਪਸ ਮੁੜ ਰਹੇ ਹਾਂ ਔਰ ਸਾਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੁੜਨ ਦੇ ਲਈ ਥੋੜਾ ਟਾਈਮ ਤਾਂ ਲੱਗੂਗਾ, ਪਰ ਜੁੜ ਜਾਵਾਂਗੇ। ਅੱਜ ਅਸੀਂ ਸਾਈਕਲ, ਠੀਕ ਹੈ, ਅੱਜ ਅਸੀਂ ਘੜਿਆਂ ਵੱਲ ਆ ਗਏ ਹਾਂ, ਅੱਜ ਅਸੀਂ ਪੈਦਲ ਤੁਰਨ ਲੱਗ ਪਏ ਹਾਂ, ਅੱਜ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ, ਅੱਜ ਅਸੀਂ ਬਾਜਰਾ ਵੀ ਖਾਂਦੇ ਹਾਂ, ਬਾਜਰਾ ਖਾਣ ਲੱਗ ਪਏ। ਜੋ ਕਿ ਇੱਕ ਚੀਜ਼ ਹੋਰ ਦੇਖੋ ਨਾ, ਮੈਂ ਜੋ ਮਾਰਕੀਟ ਦੇ ਵਿੱਚ ਅੱਜ ਕੱਲ ਕਿਚਨ ਦਾ ਰਿਵਾਜ ਹੈ ਜੀ, ਇਟਾਲੀਅਨ ਕਿਚਨ ਹੈ, ਫਲਾਨਾ ਕਿਚਨ ਹੈ, ਟਮਕਾਨਾ ਕਿਚਨ ਹੈ, ਕਿੰਨਾ ਰੇਟ ਹੈ ਉਹਨਾਂ ਕਿਚਨ ਦਾ, 25 ਲੱਖ 30 ਲੱਖ ਕਰੋੜ ਤੱਕ ਕਿਚਨ ਦੀ ਕਿਚਨ ਤੇ ਤੁਸੀਂ ਬਾਤ
ਬਾਥਰੂਮ ਤੋਂ ਜਿੰਨਾ ਮਰਜ਼ੀ ਪੈਸਾ ਲਾ ਲਓ। ਹਾਂ, ਤੇ ਤੁਸੀਂ ਦੇਖੋ ਕਿ ਇਸ ਦੌਰ ਦੇ ਵਿੱਚ ਮੈਂ ਖੁਦ ਚੁੱਲ੍ਹੇ ਤੇ ਆ ਗਈ ਹਾਂ, ਚੁੱਲ੍ਹੇ ਦਾ ਬਣਿਆ ਸਾਗ ਹੁਣ ਪਤਾ ਲੱਗਦਾ ਹੈ ਕਿ ਕਿੰਨਾ ਫਰਕ ਹੈ ਗੈਸ ਤੇ ਚੁੱਲ੍ਹੇ ਤੇ ਬਣੇ ਚੀਜ਼ ਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਦੋਸਤ, ਉਹਦੀ ਦੁਕਾਨ ਸੀ, ਉਹਨੇ ਸੌਫਟ ਡਰਿੰਕ ਤੇ ਇੱਕ ਏਜੰਸੀ ਲਈ ਹੋਈ ਸੀਗੀ। ਉੱਥੇ ਅਸੀਂ ਬੈਠੇ ਆ ਤੇ ਮੈਨੂੰ ਕਹਿੰਦਾ ਤੂੰ ਚਾਹ ਪੀਣੀ ਆ? ਮੈਂ ਕਿਹਾ ਪੀਵਾਂਗੇ ਜ਼ਰੂਰ। ਤੇ ਕਹਿੰਦਾ ਮੈਂ ਘਰ ਫੋਨ ਕਰਦਾ ਵੀ ਤੂੰ ਗੈਸ ਤੇ ਬਣੀ ਚਾਹ ਪੀਣੀ ਚਾਹੁੰਦਾ ਜਾਂ ਚੁੱਲ੍ਹੇ ਤੇ ਪੀਣੀ? ਹਾਂ। ਮੈਂ ਕਿਹਾ ਜੀ ਇਹਦੇ ਵਿੱਚ ਕੀ ਫਰਕ ਆ? ਕੋਈ ਫਰਕ ਨਹੀਂਗਾ। ਚਾਹ ਤੇ ਚਾਹ ਆ, ਚਾਹੇ ਗੈਸ ਤੇ ਬਣੀ ਹੋਵੇ ਚਾਹੇ ਚੁੱਲ੍ਹੇ ਤੇ ਬਣੀ ਹੋਵੇ। ਕਹਿੰਦਾ ਨਹੀਂ, ਫਰਕ ਆ। ਚੁੱਲ੍ਹੇ ਵਾਲੀ ਦਾ ਫਰਕ ਵੱਖਰਾ ਹੋਊਗਾ, ਗੈਸ ਵਾਲੀ ਦਾ ਵੱਖਰਾ ਹੋਊਗਾ। ਉਦੋਂ ਸਾਡੇ ਘਰੇ ਗੈਸ ਸਟੋਵ ਨਹੀਂ ਸੀਗਾ ਤੇ ਮੈਂ ਕਿਹਾ ਚੱਲ ਫਿਰ ਇਦਾਂ ਕਰ, ਤੂੰ ਗੈਸ ਵਾਲੀ ਬਣਾ ਲਾ, ਫਿਰ ਪਤਾ ਲੱਗੇ ਸਾਨੂੰ ਵੀ ਉਹ ਕੀ ਫਰਕ ਆ। ਉਹ ਬਣਾ ਕੇ ਲਿਆ ਤੇ ਸੱਚਮੁੱਚ ਇਸ ਸਵਾਦ ਵਿੱਚ ਫਰਕ ਸੀ। ਇਸੇ ਤਰ੍ਹਾਂ ਹੀ ਦਾਲ ਜਿਹੜੀ ਤੁਸੀਂ ਚੁੱਲ੍ਹੇ ਤੇ ਰਿੰਨ੍ਹਦੇ ਹੋ ਜਾਂ ਤੁਸੀਂ ਸਾਗ ਰਿੰਨ੍ਹਦੇ ਹੋ, ਤੜਕਾ ਲਾਉਣ ਦੀ ਲੋੜ ਹੀ ਨਹੀਂ। ਮੈਂ ਕਿਹਾ ਜੀ ਉਹਨਾਂ ਦੇ ਵਿੱਚ ਸਵਾਦ ਵਿੱਚ ਫਰਕ ਹੈ। ਤੌੜੀਆਂ ਅੱਜ ਕੱਲ ਦੀਆਂ ਸੁਆਣੀਆਂ ਨੂੰ, ਅੱਜ ਕੱਲ ਦੀਆਂ ਬੀਬੀਆਂ ਨੂੰ ਕੁੱਕਰ ਦੇ ਵਿੱਚ ਸਾਗ ਤਾਂ ਬਣਾਉਣਾ ਆਉਂਦਾ, ਠੀਕ ਹੈ ਨਾ, ਪਰ ਉਹਨਾਂ ਨੂੰ ਤੌੜੀ ਦੇ ਵਿੱਚ ਸਾਗ, ਉਹ ਤਾਂ ਘਮਾਟੂ ਫੇਰਨ ਲੱਗੀਆਂ, ਤੌੜੀ ਖਿਲਾਰ ਕੇ ਬਹਿ ਜਾਂਦੀਆਂ, ਠੀਕ ਹੈ ਨਾ। ਕਾਰਨ ਇਹ ਹੈ ਕਿ ਅਸੀਂ ਲੋਕ ਬ੍ਰਾਂਡਡ ਬਣਨਾ ਚਾਹੁੰਦੇ। ਸਾਡੇ ਕੋਲ ਸਾਡੇ ਘਰ ਦੇ ਵਿੱਚ ਹਰੇਕ ਸਾਡਾ ਡਿਨਰ ਸੈੱਟ ਉਹ ਬੜਾ ਬ੍ਰਾਂਡਡ ਹੋਣਾ ਚਾਹੀਦਾ ਹੈ। ਸਾਡੇ ਘਰ ਦੇ ਵਿੱਚ ਸੋਫਾ ਸੈੱਟ, ਸਾਡੇ ਘਰ ਦੇ ਵਿੱਚ ਬੈੱਡ, ਸਾਡੇ ਘਰ ਦੇ ਵਿੱਚ ਟੀਵੀ, ਸਾਡੇ ਘਰ ਦੇ ਵਿੱਚ ਹਰੇਕ ਚੀਜ਼, ਵਾਸ਼ਿੰਗ ਮਸ਼ੀਨ, ਸਭ ਕੁਝ ਬ੍ਰਾਂਡਡ ਚਾਹੀਦਾ। ਐਵਰੀਥਿੰਗ ਸਾਡੇ ਕੋਲ ਬ੍ਰਾਂਡਡ ਹੋਣਾ ਚਾਹੀਦਾ ਹੈ ਵੀ ਸਾਨੂੰ ਲੋਕ ਇਹ ਕਹਿਣ ਕਿ ਬੰਦੇ ਬਹੁਤ ਅਮੀਰ ਨੇ। ਅਮੀਰੀ ਤੁਹਾਡੇ ਕੱਪੜੇ ਕਦੇ ਡਿਸਾਈਡ ਨਹੀਂ ਕਰ ਸਕਦੇ। ਅਮੀਰੀ ਅਸਲ ਵਿੱਚ ਜੋ ਕਿ ਮੈਨੂੰ ਲੱਗਦਾ ਕਿ ਬੰਦੇ ਨਾ ਖਾਣ ਪੀਣ ਵੱਲ ਵੀ ਬਹੁਤ ਹੋ ਗਿਆ ਕਿ ਸਾਨੂੰ ਨਾ ਜਿਹੜਾ ਬਾਹਰ ਦਾ ਖਾਣਾ ਨਾ ਉਹ ਜ਼ਿਆਦਾ ਚੰਗਾ ਲੱਗਦਾ। ਹੁਣ ਤੁਸੀਂ ਇੱਕ ਚੀਜ਼ ਦੇਖੋ, ਛੋਟੀ ਜਿਹੀ ਉਦਾਹਰਨ ਹੈ ਇੱਕ, ਹਨਾ, ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ, ਅਸੀਂ ਅੱਜ ਵੀ ਗੁੜ ਵਰਤਦੇ ਹਾਂ, ਹਨਾ, ਤੁਸੀਂ ਵੀ ਅੱਜ ਗੁੜ ਵਰਤਦੇ ਹੋ, ਸ਼ੱਕਰ ਵਰਤਦੇ ਹੋ, ਗਰਮੀਆਂ ਦੇ ਵਿੱਚ ਬੜਾ ਸਵਾਦ ਲੱਗਦਾ। ਚਾਹ ਪੀਣੀ ਹੈ, ਦੁੱਧ ਪੀਣੀ ਹੈ, ਗੁੜ ਤੋਂ ਬਗੈਰ ਮੈਨੂੰ ਤਾਂ ਚੰਗੀ ਨਹੀਂ ਲੱਗਦੀ, ਤੁਹਾਨੂੰ ਵੀ ਮੈਨੂੰ ਲੱਗਦਾ ਉਮੀਦ ਨਹੀਂ ਚੰਗੀ ਲੱਗਦੀ ਹੋਵੇਗੀ। ਅੱਜ ਕੱਲ੍ਹ ਲੋਕਾਂ ਨੇ ਕੀ ਟ੍ਰੈਂਡ ਫੜਿਆ, ਕੋਈ ਆਉਂਦਾ ਜੀ ਸ਼ੂਗਰ ਕਿਊਬਸ ਹੈ ਤੇ ਸ਼ੂਗਰ ਫ੍ਰੀ ਜਿਹੜੀ ਇੱਕ ਖੰਡ ਜੀ ਚੱਲੀ ਹੈ ਨਾ, ਉਹਦਾ ਇਸਤੇਮਾਲ ਕਰਨਾ, ਆਪਣੇ ਵੱਲੋਂ ਉਹ ਬ੍ਰਾਂਡਡ ਬਣਦੇ ਨੇ, ਪਰ ਇਹ ਨਹੀਂ ਪਤਾ ਕਿ ਉਹਦਾ ਨੁਕਸਾਨ ਜਿਹੜੀ ਸਾਡੀ ਸਿਹਤ ਦੇ ਵਾਸਤੇ ਕਿੰਨਾ ਜ਼ਿਆਦਾ ਹੈ। ਤੇ ਜੇ ਉਹੀ ਕਿਤੇ ਗੁੜ ਵਰਤਿਆ ਜਾਵੇ ਤਾਂ ਮੈਨੂੰ ਲੱਗਦਾ ਕਿ ਜਿਹੜੀ ਉਹ ਖੰਡ ਆ ਨਾ, ਉਹ ਵਰਤਣ ਦੇ ਨਾਲ ਗੁੜ ਵਰਤ ਕੇ ਜਿਹੜੀ ਅੱਜ ਕੱਲ੍ਹ ਬਿਮਾਰੀ ਜੀ ਚੱਲੀ ਸ਼ੂਗਰ ਦੀ, ਉਹ ਵੀ ਨਹੀਂ ਹੁੰਦੀ। ਬਿਲਕੁਲ ਜੀ। ਦੇਖੋ ਜਿਹੜੀ ਸ਼ੱਕਰ ਆ, ਗੁੜ ਆ, ਇਹਨੂੰ ਤੁਸੀਂ ਆਪਣੇ ਘਰ ਦੀ ਰਸੋਈ ਦੇ ਵਿੱਚ ਸ਼ਾਮਲ ਕਰ ਲਓ। ਜਿਹੜੀ ਖੰਡ ਆ ਉਹਨੂੰ ਤੁਸੀਂ ਬਾਹਰ ਕਰ ਦਿਓ, ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਬਿਲਕੁਲ, ਠੀਕ ਹੈ ਨਾ। ਇਸੇ ਤਰ੍ਹਾਂ ਹੀ ਤੁਸੀਂ ਆਪਣੇ ਮਨ ਦੀ ਰਸੋਈ ਦੇ ਵਿੱਚੋਂ ਬਹੁਤ ਸਾਰੇ ਬ੍ਰਾਂਡਡ ਭਰਮ ਭੁਲੇਖੇ ਦੂਰ ਕਰਦੇ, ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਓਗੇ। ਗੱਲ ਪਤਾ ਕੀ ਹੈ ਜੋਗੀ, ਕਹਿੰਦੇ ਨੇ ਕਿ ਆਪਣੇ ਆਪ ਨੂੰ ਇੱਕ ਸਟੇਟਸ ਸਿੰਬਲ ਬਣਾ ਲਿਆ ਸਾਰਿਆਂ ਨੇ ਕਿ ਅਸੀਂ ਖੰਡ ਵਰਤਣੀ ਹੈ, ਅਸੀਂ ਅਮੀਰ ਹੋ ਜਾਵਾਂਗੇ, ਅਸੀਂ ਉਹ ਸ਼ੂਗਰ ਫ੍ਰੀ ਵਰਤਣੀ ਹੈ, ਅਸੀਂ ਅਮੀਰ ਹੋ ਜਾਵਾਂਗੇ, ਅਸੀਂ ਵੱਡੇ ਵੱਡੇ ਕਿਚਨ ਵਰਤਣੇ, ਅਸੀਂ ਅਮੀਰ ਹੋ ਜਾਵਾਂਗੇ, ਵੱਡੇ ਵੱਡੇ ਫ੍ਰਿਜ ਵਰਤਣੇ, ਅਸੀਂ ਅਮੀਰ ਹੋ ਜਾਵਾਂਗੇ। ਗੱਲ ਮੁੱਕਦੀ ਤਾਂ ਵੈਸੇ ਇੱਥੇ ਹੈ, ਪਰ ਦੇਖਿਆ ਜਾਵੇ ਇਹ ਨਹੀਂ ਪਤਾ ਕਿ ਅਸੀਂ ਆਪਣੀ ਸਿਹਤ ਨਾਲ ਕਿੰਨਾ ਖਿਲਵਾੜ ਕਰਦੇ ਪਏ ਹਾਂ। ਬਿਲਕੁਲ ਜੀ। ਹੋਰ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡਾ ਘਰ ਵੱਡਾ ਹੋਵੇ, ਠੀਕ ਹੈ, ਤੁਹਾਡਾ ਰਸੋਈ ਤੁਹਾਡੀ ਕਿੱਦਾਂ ਦੀ ਹੋਵੇ, ਤੁਹਾਡੇ ਘਰ ਨੂੰ ਖਾਣ ਪੀਣ ਨੂੰ ਕਿਹੋ ਜਿਹਾ ਹੋਵੇ, ਤੁਹਾਡੇ ਕੱਪੜੇ ਕਿਹੋ ਜਿਹੇ ਹੋਣ, ਇਹ ਦੇਖੋ ਕਿਸੇ ਨੂੰ ਕੋਈ ਭਾਵ ਭਾੜਾ ਨਹੀਂ। ਹੁਣ ਨੀਤੂ ਦੇਖੋ, ਮੈਂ ਕੋਈ ਕੱਪੜਾ ਬ੍ਰਾਂਡਡ ਪਾਇਆ ਹੋਇਆ, ਇਹਦਾ ਤੈਨੂੰ ਕੋਈ ਸੁੱਖ ਰਾਮ ਨਹੀਂ, ਠੀਕ ਹੈ। ਮੈਨੂੰ ਮੇਰੇ ਸਰੀਰ ਨੂੰ ਕੀ ਸੁੱਖ ਆਉਂਦਾ ਹੈ, ਠੀਕ ਹੈ, ਚੰਗਾ ਕੀ ਲੱਗਦਾ, ਕੀ ਚੰਗਾ ਲੱਗਦਾ ਹੈ, ਉਹ ਪਾਉਣਾ ਚਾਹੀਦਾ ਹੈ। ਉਸ ਤਰੀਕੇ ਦਾ ਕੱਪੜਾ ਪਹਿਨਣਾ ਚਾਹੀਦਾ ਹੈ। ਬ੍ਰਾਂਡ ਦੇ ਚੱਕਰਾਂ ਦੇ ਵਿੱਚ ਤੁਸੀਂ ਆਪਣੇ ਘਰ ਦੀ ਬੈਂਡ ਨਾ ਵਜਾਓ। ਨਾਲੇ ਇੱਕ ਗੱਲ ਵੀ ਆ, ਕਹਿੰਦੇ ਨੇ ਕਿ ਦੇਖਣ ਵਾਲੀਆਂ ਨਜ਼ਰਾਂ ਦੇ ਵਿੱਚ ਬਣ ਜਾ ਖਾਸ ਨਗੀਨਾ, ਫਿਰ ਆਪੇ ਤੇਰੇ ਮਗਰੇ ਮਗਰੇ ਆਉਣਗੀਆਂ ਹਸੀਨਾ। ਜੇਕਰ ਚੰਗੇ ਤੁਸੀਂ ਆਪ ਬਣ ਗਏ, ਫਿਰ ਤੁਹਾਡੇ ਮਗਰ ਕੁੱਲ ਦੁਨੀਆ ਦੀਆਂ ਦੌਲਤਾਂ ਉਹ ਤੁਰੀਆਂ ਫਿਰਨਗੀਆਂ। ਯਾਰ ਤੁਸੀਂ ਅਜਿਹਾ ਕਿਉਂ ਨਹੀਂ ਬਣਦੇ ਕਿ ਜਦੋਂ ਤੁਸੀਂ ਕੋਈ ਵੀ ਕੱਪੜਾ ਪਾ ਲਓ ਕਿ ਲੋਕ ਸਮਝਣ ਕਿ ਯਾਰ ਇਹਨੇ ਬ੍ਰਾਂਡਡ ਹੀ ਪਾਇਆ ਹੋਣਾ, ਇਹਨੇ ਕੋਈ ਮਾੜਾ ਕੱਪੜਾ ਨਹੀਂ ਪਾਇਆ ਹੋਣਾ। ਕਿਉਂ? ਕਿਉਂਕਿ ਬੰਦੇ ਦੀ ਸ਼ਖਸੀਅਤ ਹੈ। ਜੋ ਕਿ ਇੱਕ ਉਦਾਹਰਨ ਇਹ ਵੀ ਹੈ ਨਾ, ਸਲਮਾਨ ਖਾਨ ਦੀ ਤੁਹਾਡੇ ਸਾਹਮਣੇ ਹੀ ਹੈ ਕਿ ਉਹਨੇ ਕਦੀ ਵੀ ਅੱਜ ਤੱਕ ਕਦੀ ਕੋਈ ਬ੍ਰਾਂਡਡ ਕੱਪੜਾ ਨਹੀਂ ਪਾਇਆ। ਉਹ ਜਿਹੜਾ ਕੱਪੜਾ ਪਾ ਲੈਂਦਾ ਨਾ, ਉਹ ਬ੍ਰਾਂਡ ਬਣ ਜਾਂਦਾ। ਆਹੀ ਤਾਂ ਗੱਲ, ਆਪਣੇ ਆਪ ਨੂੰ ਬ੍ਰਾਂਡ ਬਣਾਓ। ਆਪਣੇ ਆਪ ਨੂੰ ਅਸੀਂ ਬ੍ਰਾਂਡ ਨਹੀਂ ਬਣਾ ਰਹੇ, ਅਸੀਂ ਬ੍ਰਾਂਡਡ ਚੀਜ਼ਾਂ ਦੇ ਮਗਰ ਦੌੜ ਰਹੇ ਹਾਂ। ਤੁਸੀਂ ਆਪਣੇ ਹੱਥ ਦੇ ਵਿੱਚ ਚਾਹੇ ਫੋਨ ਕੋਈ ਵੀ ਫੜਿਆ ਹੋਵੇ, ਲੋਕ ਸਮਝਣ ਕਿ ਇਹ ਬੜਾ ਮਹਿੰਗਾ ਫੋਨ ਹੋਏਗਾ। ਤੁਸੀਂ ਜਿਹੋ ਜਿਹੇ ਮਰਜ਼ੀ ਕੱਪੜੇ ਪਾਏ ਹੋਣ, ਲੋਕ ਸਮਝਣ ਕਿ ਇਹ ਬਹੁਤ ਮਹਿੰਗੇ ਕੱਪੜੇ ਹੋਣਗੇ। ਜੇਕਰ ਤੁਹਾਡੀ ਸ਼ਖਸੀਅਤ ਇਦਾਂ ਦੀ ਆ ਤਾਂ ਫਿਰ ਤੁਸੀਂ ਜੋ ਮਰਜ਼ੀ ਕਰ ਲਓ, ਤੇ ਜੇਕਰ ਤੁਸੀਂ ਉਦਾਂ ਹੀ ਖਾਮ ਖਾਈ ਵੀ ਐਲ ਦਾ ਕੁੱਕੜ ਨਹੀਂ ਜਾਣਦੇ ਤੇ ਲੋਕ ਤੁਹਾਨੂੰ ਆਂਢੀ ਗਵਾਂਢੀ ਨਹੀਂ ਜਾਣਦੇ, ਤੇ ਤੁਸੀਂ ਜੋ ਮਰਜ਼ੀ ਗੁੱਚੀ ਅਰਮਾਨੀ ਪਾਈ ਫਿਰੋ, ਲੋਕਾਂ ਨੇ ਕਹਿਣਾ ਵੀ ਇਹ ਜੋਤੀ ਚੌਂਕ ਸੇਲ ਦੇ ਵਿੱਚੋਂ ਚੱਕ ਕੇ ਲਿਆਂਦੇ ਨੇ 100 ਰੁਪਏ ਦਾ। ਵੈਸੇ ਸਹੀ ਗੱਲ ਹੈ, ਕਹਿੰਦੇ ਨੇ ਕਿ ਆਪਣੀ ਸ਼ਖਸੀਅਤ ਨੂੰ ਇੰਨਾ ਵਿਸ਼ਾਲ ਕਰ ਲਓ, ਆਪਣੀ ਸ਼ਖਸੀਅਤ ਨੂੰ ਇੰਨਾ ਵੱਡਾ ਬਣਾ ਲਓ ਕਿ ਲੋਕ
ਕਹਿਣ ਕਿ ਜੋ ਵੀ ਪਾਇਆ ਵਾਕਈ ਬ੍ਰਾਂਡਡ ਪਾਇਆ। ਜ਼ਰੂਰੀ ਨਹੀਂ ਹੈ ਕਿ ਬ੍ਰਾਂਡ ਦੇ ਮਗਰ ਹੀ ਦੌੜਨਾ, ਬ੍ਰਾਂਡ ਦੇ ਮਗਰ ਦੌੜ ਕੇ ਕਈ ਵਾਰ ਆਪਣੇ ਆਪ ਨੂੰ ਵੀ ਬੰਦੇ ਕੰਗਾਲ ਕਰ ਲੈਂਦੇ ਨੇ। ਬਿਲਕੁਲ ਕੰਗਾਲ ਕਰਦੇ ਨੇ, ਜਿੱਥੇ ਉਹਨਾਂ ਦੀ ਆਰਥਿਕ ਤੌਰ ਤੇ ਲੁੱਟ ਹੁੰਦੀ ਹੈ, ਮਾਨਸਿਕ ਤੌਰ ਤੇ ਲੁੱਟ ਹੁੰਦੀ ਹੈ, ਫਿਰ ਵੱਡੀਆਂ ਕੰਪਨੀਆਂ ਉਹਨਾਂ ਦੇ ਨਾਲ ਖੈਬੜਨ ਦੀ ਵੀ ਲੁੱਟ ਹੁੰਦੀ ਹੈ। ਤੁਹਾਨੂੰ ਅਗਲੇ ਸਮਾਨ ਤੁਹਾਡੇ ਸਰੀਰ ਨੂੰ ਸੁਖਾਉਂਦਾ ਨਹੀਂ, ਤੁਹਾਨੂੰ ਚੰਗਾ ਨਹੀਂ ਮਿਲਦਾ, ਫਿਰ ਤੁਹਾਨੂੰ ਬਹੁਤ ਵੱਡੇ ਪੱਧਰ ਦੇ ਕੋਰਟਾਂ ਕਚਹਿਰੀਆਂ ਦੇ ਧੱਕੇ ਵੀ ਖਾਣੇ ਪੈਂਦੇ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਬ੍ਰਾਂਡਡ ਸਮਾਨ ਨਾ ਖਰੀਦੋ ਭਾਈ, ਪਰ ਸਭ ਤੋਂ ਪਹਿਲਾਂ ਇਹ ਗੱਲ ਹੈ ਕਿ ਬ੍ਰਾਂਡਾਂ ਦੇ ਮਗਰ ਦੌੜਨ ਦੀ ਬਜਾਏ ਤੁਸੀਂ ਖੁਦ ਕਿਸੇ ਚੀਜ਼ ਦੇ ਬ੍ਰਾਂਡ ਐਂਬੈਸਡਰ ਕਿਉਂ ਨਹੀਂ ਬਣਦੇ। ਬਿਲਕੁਲ, ਜੋ ਕਿ ਇੱਕ ਉਦਾਹਰਣ ਹੈ, ਪਿਛਲੇ ਕੁ ਸਾਲ ਦੀ ਗੱਲ ਹੈ, ਮੈਂ ਨਾ ਇੱਕ ਸੂਟ ਲਿਆ, ਹੁਣ ਮੈਂ ਨਾਮ ਤਾਂ ਨਹੀਂ ਲਵਾਂਗੀ, ਪਰ ਮੈਂ ਲਿਆ ਬ੍ਰਾਂਡਡ ਕਿ ਵੀ ਲੋਕੀ ਪਾਉਂਦੇ, ਮੈਂ ਵੀ ਪਾ ਕੇ ਦੇਖਾਂ ਨਾ ਕਿੰਨਾ ਕੁ ਮਹਿੰਗਾ ਆ, ਤੇ ਲੈ ਤਾਂ ਲਿਆ, ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਅੱਜ ਤੱਕ ਵੀ ਉਹਨੂੰ ਪਾਇਆ। ਪਹਿਲੀ ਵਾਰੀ ਪਾਇਆ ਤਾਂ ਮੈਨੂੰ ਘੁਟੰਜੀ ਮਹਿਸੂਸ ਹੋਈ ਜਾਂ ਮੈਨੂੰ ਚੰਗਾ ਨਹੀਂ ਲੱਗਾ ਪਾਉਣ ਦੇ ਵਿੱਚ ਆਪਣੇ ਆਪ ਨੂੰ ਨਾ, ਤੇ ਮੈਨੂੰ ਲੱਗਾ ਕਿ ਜੋ ਮੇਰਾ ਇਹ ਪਹਿਰਾਵਾ ਹੈਗਾ ਨਾ, ਮੈਂ ਇਸੇ 'ਚ ਹੀ ਰਵਾਂ ਤੇ ਮੈਨੂੰ ਜ਼ਿਆਦਾ ਚੰਗਾ ਲੱਗਦਾ। ਬਿਲਕੁਲ ਜੀ, ਕਹਿੰਦੇ ਨੇ ਕਿ ਉਹ ਇੱਕ ਕਹਾਵਤ ਵੀ ਹੈ ਕਿ ਬਗਾਨਾ ਗਹਿਣਾ ਪਾਇਆ ਅੱਧਾ ਰੂਪ ਗਵਾਇਆ। ਤੇ ਜੇਕਰ ਤੁਹਾਨੂੰ ਚੰਗਾ ਲੱਗਦਾ ਹੈ ਕਿ ਜੋ ਤੁਹਾਡੇ ਕੋਲ ਆ, ਜਿੰਨੀ ਕੀ ਸਮਰੱਥਾ ਦੇ ਅਨੁਸਾਰ, ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਚਾਦਰ ਦੇਖ ਕੇ ਪੈਰ ਪਸਾਰੋ, ਪਰ ਇੰਨੀ ਗੱਲ ਵੀ ਜ਼ਰੂਰ ਹੈ ਕਿ ਪੈਰ ਪਸਾਰਨ ਦੇ ਚੱਕਰ ਦੇ ਵਿੱਚ ਕਿਤੇ ਚਾਦਰ ਨਾ ਪਾੜ ਲਿਓ। ਤੇ ਇਹ ਵੀ ਤਾਂ ਕਹਿੰਦੇ ਨੇ ਕਿ ਹਮੇਸ਼ਾ ਮੈਨੂੰ ਲੱਗਦਾ ਕਿ ਇੱਥੇ ਚੀਜ਼ ਗਲਤ ਹੋ ਜਾਂਦੀ ਹੈ। ਕਹਿੰਦੇ ਨੇ ਕਿ ਖਾਓ ਮਨ ਭਾਉਂਦਾ ਪਰ ਪਾਓ ਜੱਗ ਭਾਉਂਦਾ, ਪਰ ਜੱਗ ਭਾਉਂਦਾ ਵੀ ਉਦੋਂ ਹੀ ਚੰਗਾ ਲੱਗਦਾ ਜੇ ਤੁਹਾਨੂੰ ਜੱਚਦਾ, ਤੁਹਾਨੂੰ ਫੱਬਦਾ, ਤੁਹਾਡੀ ਕੈਪੈਸਿਟੀ ਹੈ ਉਹਨੂੰ ਖਰੀਦਣ ਦੀ, ਤੁਸੀਂ ਖਰੀਦ ਸਕਦੇ ਹੋ, ਪਾ ਸਕਦੇ ਹੋ, ਤੇ ਲੋਕਾਂ ਦੇ ਵਿੱਚ ਤੁਹਾਡਾ ਜਿਹੜਾ ਨਾ ਵਾਹ ਹੋਵੇ ਤਾਂ ਚੰਗਾ ਲੱਗਦਾ। ਨਹੀਂ ਤੇ ਇਹ ਵੀ ਕਹਾਵਤ ਝੂਠੀ ਪੈ ਜਾਂਦੀ ਹੈ। ਬਿਲਕੁਲ ਜੀ, ਇਹ ਕਹਾਵਤ ਹੈਗੀ ਆਮ ਲੋਕਾਂ ਦੀ ਜੁਗਾਂਤਰਾਂ ਤੋਂ ਚੱਲੀ ਆ ਰਹੀ। ਇੱਕ ਕਹਾਵਤ ਚਰਨਜੀਤ ਜੋਗੀ ਨੇ ਵੀ ਬਣਾਈ ਆ। ਅੱਛਾ, ਉਹ ਕਿਹੜੀ? ਮੈਨੂੰ ਵੀ ਉਹ ਹੈਗੀ ਆ ਕਿ ਖਾਓ ਜੋ ਪਚਦਾ ਹੋਵੇ, ਪਹਿਨੋ ਜੋ ਜੱਚਦਾ ਹੋਵੇ। ਵਾਹ, ਬਸ ਇਹ ਕਹਾਵਤ ਵੀ ਹੁਣ ਯਾਦ ਰੱਖਣੀ ਹੈ। ਇਹ ਸਾਰਿਆਂ ਨੂੰ ਦੱਸ ਦਿੰਦੇ ਨਾ ਆਪਾਂ। ਇਹ ਕਹਾਵਤ ਹੁਣ ਤੁਸੀਂ ਯਾਦ ਰੱਖਣੀ ਆ, ਦੂਸਰਿਆਂ ਨੂੰ ਵੀ ਦੱਸਣੀ ਆ ਕਿ ਖਾਓ ਜੋ ਪਚਦਾ ਹੋਵੇ, ਪਹਿਨੋ ਜੋ ਜੱਚਦਾ ਹੋਵੇ। ਸੋ ਇਸ ਕਰਕੇ ਬ੍ਰਾਂਡ ਦੇ ਮਗਰ ਦੌੜ ਕੇ ਅਸੀਂ ਆਪਣੇ ਘਰ ਦਾ ਝੁੱਗਾ ਚੌੜ ਨਾ ਕਰੀਏ। ਅਸੀਂ ਆਮ ਤੌਰ ਤੇ ਉਹੀ ਕੱਪੜੇ ਪਾਈਏ। ਸਾਡੇ ਬਜ਼ੁਰਗ ਅੱਜ ਵੀ ਹੈ ਚਿੱਟੇ ਚਾਦਰੇ ਕੁੜਤੇ ਲਾਉਣ ਦੇ ਸ਼ੌਕੀਨ ਆ, ਮਾਵੇ ਵਾਲੀ ਪੱਗ ਬੰਨਣ ਦੇ ਸ਼ੌਕੀਨ ਆ, ਠੀਕ ਹੈ, ਖੁੱਲੇ ਖਾਣੇ, ਖੁੱਲੇ ਪਹਿਰਾਵੇ। ਸਾਡੇ ਘਰਾਂ ਦੀਆਂ ਗੱਲਾਂ ਕਰੀ ਜਾਂਦੇ, ਪਰ ਬੀਬੀਆਂ ਦੀ ਵੀ ਤੇ ਗੱਲ ਕਰ ਦੋ ਨਾ ਵਿੱਚ ਮਾੜੀ। ਬੀਬੀਆਂ ਵਿਚਾਰੀਆਂ ਤਾਂ ਉਹਨਾਂ ਸਮੇਂ ਦੇ ਵਿੱਚ ਕੋਈ ਇੱਕ ਦੋ ਸੂਟ ਤੋਂ ਵੱਧ ਮੰਗਦੀਆਂ ਹੀ ਨਹੀਂ ਸੀ, ਤੇ ਅੱਜ ਕੱਲ ਦੀਆਂ ਅਲਮਾਰੀਆਂ ਨੂੰ ਸਾਹ ਨਹੀਂ ਆਉਂਦਾ, ਫੇਰ ਪੁੱਛਣਗੀਆਂ ਮੈਂ ਪਾਵਾਂਗੀ ਅਲਮਾਰੀ ਭਰੀ ਹੁੰਦੀ, ਫਿਰ ਕਹਿਣਗੇ ਲੈ ਇਹ ਤਾਂ ਹਜੇ ਪਿਛਲੀ ਵਾਰੀ ਪਾਇਆ ਸੀਗਾ, ਭਾ ਮਾਸੀ ਦੇ ਮੁੰਡੇ ਦੇ ਵਿਆਹ ਤੇ ਪਾਇਆ ਸੀ, ਭੂਆ ਦੇ ਮੁੰਡੇ ਦੇ ਵਿਆਹ ਤੇ ਵੀ ਮੈਂ ਹੀ ਸੂਟ ਪਾਉਣਾ। ਬਸ ਆਹੀ ਗੱਲ ਹੈ, ਇਹੀ ਤਾਂ ਮਾਰਿਆ ਸਾਡੀ ਕਿ ਅਸੀਂ ਉਹ 4-4 5-5 ਹਜ਼ਾਰ ਦੇ ਸੂਟ ਲੈ ਕੇ ਵੀ ਨਾ, ਤੇ ਅਸੀਂ ਕਹਿੰਦੇ ਆ ਕਿ ਹਜੇ ਵੀ ਭਰਿਆ ਨਹੀਂ ਮਨ, ਬਸ ਨਹੀਂ ਹੋਈ, ਰੱਜੇ ਨਹੀਂ। ਇਹ ਸਾਡੇ ਵਿੱਚ ਨਾ ਪੰਜਾਬੀਆਂ ਦੇ ਵਿੱਚ ਜ਼ਿਆਦਾ ਮਾਰ ਆ ਚੁੱਕੀ ਹੈ। ਦੇਖੋ ਸਾਡੇ ਆਮ ਤੌਰ ਤੇ ਘਰਾਂ ਦੇ ਵਿੱਚ ਬਜ਼ੁਰਗ ਬੀਬੀਆਂ ਹੁੰਦੀਆਂ ਸੀ ਨਾ ਜਿਹੜੀਆਂ ਪੁਰਾਣੀਆਂ, ਉਹ ਜਦੋਂ ਕਿਸੇ ਬੱਚੇ ਦੇ ਵਾਸਤੇ ਕੱਪੜਾ ਲੈਣਾ ਤਾਂ ਉਹਨਾਂ ਨੇ ਕਹਿਣਾ ਕਿ ਥੋੜਾ ਵੱਡਾ ਲੈ ਲਈ, ਠੀਕ ਹੈ ਨਾ, ਵੱਡਾ ਨਾ ਲੈ ਲਈ ਕਿ ਸਾਲ ਬਾਅਦ ਹੋਰ ਫੇਰ ਕੰਮ ਆਜੂ, ਉਸ ਤੋਂ ਬਾਅਦ ਫੇਰ ਕਿਸੇ ਛੋੜੇ ਦੇ ਕੰਮ ਆਜੂ। ਇਸ ਤਰੀਕੇ ਦੇ ਨਾਲ ਸੰਤੁਸ਼ਟੀ ਹੁੰਦੀ ਸੀਗੀ। ਇੱਕ ਭੈਣ ਦੇ ਕੱਪੜੇ ਦੂਸਰੀ ਨੂੰ ਆਈ ਜਾਣੇ, ਤੇ ਜਦੋਂ ਫਿਰ ਉਹਦੇ ਛੋੜੇ ਜਾਣੇ ਫਿਰ ਕਿਸੇ ਨੂੰ ਹੋਰ ਨੂੰ ਦੇ ਦੇਣੇ, ਉਹਨੇ ਵੀ ਪਾ ਲੈਣੇ, ਔਰ ਇੱਕੋ ਹੀ ਫਾੜ ਦੇ ਕੱਪੜੇ ਬਣਾ ਕੇ ਐਨ ਕਰਕੇ ਕਰੇਲੇ ਇੱਕੋ ਜਿਹੇ ਰੀਵਨ ਰੰਗ ਦੇ ਬੰਨ ਕੇ ਉਹਨਾਂ ਨੂੰ ਵਿਆਹ ਤੇ ਲਿਜਾਣਾ। ਇਹ ਤਾਂ ਲੱਗਣੇ ਵੀ ਜਿੱਦਾਂ ਕਰੇ ਬਾਜੇ ਵਾਲੇ ਦੀਆਂ ਦੋ ਛੋਟੇ ਸਾਥਰੇ ਜੇ ਪੈਸੇ ਚੱਕਣਗੇ ਹੋਈਆਂ। ਹੁਣ ਵੀ ਚੋਗੀ ਕਈਆਂ ਜਗ੍ਹਾ ਤੇ ਇਦਾਂ ਹੀ ਹੁੰਦਾ ਵਾ, ਔਰ ਇੱਕ ਚੰਗੀ ਗੱਲ ਹੈ, ਚੰਗਾ ਸੰਗੀਤ ਅੱਜ ਕੱਲ ਟ੍ਰੈਂਡ ਆ ਕਿ ਪੂਰੀ ਫੈਮਿਲੀ ਸੇਮ ਕੱਪੜੇ ਬਣਾਉਂਦੀ ਹੈ। ਦੇਖੋ ਇਹ ਉਹੀ ਟ੍ਰੈਂਡ ਨੇ ਜਿਹੜੇ ਤੁਹਾਡੇ ਬਾਪ ਦਾਦਿਆਂ ਬਜ਼ੁਰਗਾਂ ਨੇ ਹੰਡਾਏ ਹੋਏ ਨੇ। ਸੱਜਣੋ ਮਿੱਤਰੋ ਪਿਆਰਿਓ ਬੇਲੀਓ ਸਹੇਲਿਓ, ਗੱਲ ਇਦਾਂ ਆ ਕਿ ਸਾਨੂੰ ਸਿਰਫ ਸੋਚਣ ਦੀ ਲੋੜ ਹੈ, ਸਮਝਣ ਦੀ ਲੋੜ ਹੈ, ਸਿੱਖਣ ਦੀ ਲੋੜ ਆ। ਆਪਣੇ ਬਜ਼ੁਰਗਾਂ ਦੇ ਕੋਲ ਬੈਠਿਆ ਕਰੋ, ਜੀਣ ਦਾ ਸਲੀਕਾ ਤਰੀਕਾ ਜਿਹੜਾ ਉਹਨਾਂ ਦੇ ਕੋਲੋਂ ਸਿੱਖ ਲਓ, ਕਿਉਂਕਿ ਜਦੋਂ ਉਹ ਗੱਲਾਂ ਕਰਦੇ ਐਵੇਂ ਜਨਰੇਸ਼ਨ ਗੈਪ ਕਹਿ ਕੇ ਨਾ ਨੱਕ ਬੁੱਲ ਜਿਹਾ ਚੜਿਆ ਕਰੋ। ਉਹਨਾਂ ਦੇ ਕੋਲ ਬੈਠ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਤੇ ਆਸ ਕਰਦੇ ਹਾਂ ਕਿ ਸਾਡੀਆਂ ਗੱਲਾਂ ਦੇ ਵਿੱਚੋਂ ਅੱਜ ਤੁਸੀਂ ਬਹੁਤ ਕੁਝ ਸਿੱਖਿਆ ਵੀ ਹੋਵੇਗਾ ਤੇ ਬਹੁਤ ਕੁਝ ਅੱਗੇ ਤੁਸੀਂ ਦੱਸੋਗੇ ਵੀ। ਤੇ ਫਿਲਹਾਲ ਇੱਕ ਵਾਰੀ ਇਦਾਂ ਵੀ ਹੁੰਦਾ ਹੈ ਕਿ ਨੀਤੂ ਜੀ ਨੂੰ ਪੁੱਛਦੇ ਨੇ ਵੀ ਹਾਂ ਵੀ ਵਿਆਹ ਤੇ ਜਾਣਾ, ਅੱਜ ਕੀ ਪਾਉਣਾ ਹੈ, ਤੇ ਇਹ ਫਿਰ ਕਲੇਸ਼ ਪਾ ਲੈਂਦੀ ਹੈ। ਸਾਡਾ ਹੁਣ ਕਲੇਸ਼ ਨਾ ਪਵੇ, ਇਸ ਕਰਕੇ ਆਪਾਂ ਨੂੰ ਜਾਣਾ ਪਏਗਾ। ਨਹੀਂ ਜਾਣਾ ਤਾਂ ਹੈ, ਪਰ ਮੈਂ ਮੁੱਕਦੀ ਗੱਲ ਇਹ ਹੈ ਕਿ ਜਦੋਂ ਅਸੀਂ ਗੱਲ ਕਰਦੇ ਆ ਨਾ ਕਿ ਆਪਣੇ ਬਜ਼ੁਰਗਾਂ ਦੀ, ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ ਬਜ਼ੁਰਗਾਂ ਤੋਂ ਬੰਦਾ ਬਹੁਤ ਕੁਝ ਸਿੱਖਦਾ, ਬਜ਼ੁਰਗਾਂ ਤੋਂ। ਔਰ ਇਹ ਪੁਰਾਣੇ ਰਿਵਾਜ ਜਿਹੜੇ ਰੀਤੀ ਰਿਵਾਜ ਨੇ ਉਹ ਪੁਰਾਣੇ ਹੀ ਫਿਰ ਦੁਬਾਰਾ ਤੋਂ ਆ ਰਹੇ ਨੇ, ਫਿਰ ਉਹੀ ਚੀਜ਼ਾਂ ਨੂੰ ਅਸੀਂ ਦੁਹਰਾ ਰਹੇ ਹਾਂ, ਫਿਰ ਸਾਰਾ ਕੁਝ ਉਹੀ ਕਹਿੰਦੇ ਨੇ ਨਾ ਕਿ ਜਿਵੇਂ ਸਰਕਲ ਪੂਰਾ ਚੱਲਦਾ, ਧਰਤੀ ਘੁੰਮਦੀ ਹੈ ਦੁਬਾਰਾ ਤੋਂ ਉੱਥੇ ਹੀ ਆ ਜਾਂਦੀ ਹੈ, ਤੇ ਉਵੇਂ ਹੀ ਅਸੀਂ ਘੁੰਮ ਕੇ ਦੁਬਾਰਾ ਤੋਂ ਉੱਥੇ ਹੀ ਆ ਰਹੇ ਹਾਂ, ਉਹਨਾਂ ਸਾਈਕਲਾਂ ਤੇ, ਉਸੇ ਚੁੱਲ੍ਹੇ ਦੇ ਉੱਤੇ, ਉਹਨਾਂ ਰਸੋਈਆਂ ਦੇ ਉੱਤੇ, ਉਹਨਾਂ ਚੌਂਕਿਆਂ ਦੇ ਉੱਤੇ, ਤੇ ਉਹਨਾਂ ਹੀ ਖਾਣ ਪੀਣ ਦੇ ਉੱਤੇ। ਤੇ ਚੰਗੀ ਗੱਲ ਹੈ ਜੇਕਰ ਅਸੀਂ ਉਸ ਨੂੰ ਦੁਬਾਰਾ ਤੋਂ ਮੁੜ ਸੁਰਜੀਤ ਕਰ ਸਕੀਏ, ਕਿਉਂ ਜੋਗੀ? ਬਿਲਕੁਲ ਸਹੀ ਗੱਲ ਆ। ਕਹਿੰਦੇ ਨੇ ਕਿ ਜ਼ਿੰਦਗੀ ਜਿਹੜੀ ਆ ਇੱਕ ਵਾਰ ਫਿਰ
ਮੁੜ ਤੋਂ ਉਹੀ ਰੰਗ ਦਿਖਾ ਰਹੀ ਹੈ, ਉਸੇ ਰੰਗ ਦੇ ਵਿੱਚ ਸਾਨੂੰ ਵਾਪਸ ਆਉਣਾ ਪਏਗਾ। ਆਖਰ ਨੂੰ ਸਾਡੀ ਮੰਜ਼ਿਲ ਜਿਹੜੀ ਹੈਗੀ ਆ ਮੁੜ ਘਿੜ ਕੇ ਜਿੱਦਾਂ ਘਰ ਹੁੰਦਾ ਹੈ, ਉਸੇ ਤਰ੍ਹਾਂ ਹੀ ਆਪਣੇ ਘਰ ਦੇ ਵਿੱਚ ਜੋ ਰੀਤੀ ਰਿਵਾਜ ਚੱਲਦੇ ਨੇ ਉਹਨਾਂ ਦੇ ਵਿੱਚ ਹੀ ਜੀਣ ਦੇ ਵਿੱਚ ਸਵਾਦ ਹੈ, ਮੁਹੱਬਤ ਹੈ, ਜ਼ਿੰਦਗੀ ਦਾ ਇੱਕ ਬਹੁਤ ਹੀ ਪਿਆਰਾ ਜਿਹਾ ਅਨੁਭਵ ਹੈ। ਔਰ ਆਸ ਕਰਦੇ ਹਾਂ ਕਿ ਤੁਸੀਂ ਉਹ ਅਨੁਭਵ ਜ਼ਰੂਰ ਲਓਗੇ। ਤੇ ਗੱਲ ਕਰਦੇ ਆ, ਕਹਿੰਦੇ ਕਿ ਜਿਹੜੀ ਜ਼ਿੰਦਗੀ ਹੈ ਨਾ, ਜਦੋਂ ਆਪਣਿਆਂ ਦੇ ਨਾਲ, ਆਪਣੇ ਰੀਤੀ ਰਿਵਾਜਾਂ ਦੇ ਨਾਲ ਜਿਹੜੀ ਬੀਤਦੀ ਆ, ਉਹੀ ਜ਼ਿੰਦਗੀ ਹੁੰਦੀ ਹੈ ਜਿਹੜੀ ਇਹਨਾਂ ਤੋਂ ਬਿਨਾਂ ਐਵੇਂ ਫੋਕੇ ਦਿਖਾਵਿਆਂ ਦੇ ਅੰਦਰ ਫੋਕੀਆਂ ਸ਼ੌਹਰਤਾਂ ਦੌਲਤਾਂ ਦੇ ਮਗਰ ਦੌੜਦੇ ਆ, ਉਹ ਫਿਰ ਉਮਰ ਹੁੰਦੀ ਹੈ ਤੇ ਉਮਰ ਛੇਤੀ ਮੁੱਕ ਜਾਂਦੀ ਹੈ। ਜ਼ਿੰਦਗੀ ਬਹੁਤ ਦੇਰ ਚੱਲਦੀ ਹੈ, ਪਰ ਸਾਡਾ ਪ੍ਰੋਗਰਾਮ ਹੁਣ ਮੁੱਕਣ ਤੇ ਆ ਗਿਆ। ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਹੁਣੇ ਗੱਲ ਕੀਤੀ ਨਾ ਕਿ ਇੱਕ ਸੂਟ ਲੈ ਕੇ ਤੇ ਬਾਅਦ ਚ ਦੂਜੇ ਨੂੰ ਪਵਾ ਦੇਣਾ, ਤੀਜੇ ਨੂੰ ਪਵਾ ਦੇਣਾ, ਚੌਥੇ ਨੂੰ ਪਵਾ ਦੇਣਾ। ਸਾਡੇ ਘਰਾਂ ਵਿੱਚ ਅੱਜ ਵੀ ਏਦਾਂ ਹੀ ਹੁੰਦਾ ਤੇ ਉਮੀਦ ਹੈ ਕਿ ਜੋਗੀ ਦੇ ਘਰ 'ਚ ਵੀ ਏਦਾਂ ਹੀ ਹੁੰਦਾ ਹੋਵੇਗਾ। ਨਹੀਂ ਖੈਰ, ਅਸੀਂ ਹੁਣ ਆਪਣੇ ਲਈਦੇ ਕਿ ਇੱਕ ਨੂੰ ਪਾ ਕੇ ਦੂਜੇ ਨਹੀਂ ਹੁੰਦਾ ਜੋ ਹੁੰਦਾ, ਬਿਲਕੁਲ ਹੁੰਦਾ। ਤੁਸੀਂ ਝੂਠ ਨਾ ਬੋਲੋ। ਨਹੀਂ ਬਿਲਕੁਲ, ਮੈਂ ਤਾਂ ਕਹਿੰਦਾ ਕਿਉਂ ਝੂਠ ਬੋਲਣਾ ਹੈ, ਇਹ ਹਕੀਕਤ ਹੈ ਜ਼ਿੰਦਗੀ ਦੀ ਔਰ ਇਹਨੂੰ ਮੰਨਣਾ ਚਾਹੀਦਾ ਹੈ। ਇਹਦੇ ਵਿੱਚ ਵੀ ਆਪਣਾ ਇੱਕ ਵੱਖਰਾ ਸਵਾਦ ਹੈ। ਆਸ ਕਰਦੇ ਸਾਡੀਆਂ ਗੱਲਾਂ ਦੇ ਵਿੱਚੋਂ ਤੁਸੀਂ ਬਹੁਤ ਸਾਰਾ ਸਵਾਦ ਲਿਆ ਹੋਵੇਗਾ। ਫਿਲਹਾਲ ਖਰੀਆਂ ਖੋਟੀਆਂ ਨੂੰ ਇੱਥੇ ਹੀ ਸਮੇਟਣ ਦੀ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਨੀਤੂ ਨੂੰ ਸ਼ੁਕਰੀਆ। For more updates, download Punjab One TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो।